ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਹਿ ਪਦ ਪੰਕਜ ਬਿਖੈ ਬਖਾਨੈ। ਮੁਕਤ ਦਾਨ ਦਾ ਰੂਪ ਪਛਾਨੈ। ਭਵ ਸਾਗਰ ਮਹਿ ਹੈ ਦੁਖ ਭਾਰਾ। ਨਿਜ ਕਰੁਣਾ ਕਰ ਕਰਹੁ ਉਧਾਰਾ। ਗਹਿ ਪਦ ਪੰਕਜ ਬਿਨੈ ਬਖਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੰਗਤ ਜੀ, ਅੱਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਸਤਿਗੁਰੂ ਜੀ ਦਾ ਅਵਤਾਰ ਵੈਸਾਖ ਵਦੀ 7 ਸੰਮਤ 1620 ਸਨ 1563 ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ। ਉਸ ਵਕਤ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸ਼ਸ਼ੋਭਤ ਹਨ। ਆਪ ਜੀ ਦੇ ਅਵਤਾਰ ਤੇ ਭੱਟ ਸਾਹਿਬਾਨਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਪ ਜੀ ਨੇ ਜਨਮ ਲੈਂਦਿਆਂ ਹੀ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣਿਆ। ਤਕਰੀਬਨ 11 ਸਾਲ ਕੁਝ ਮਹੀਨੇ ਬਣਦੇ ਨੇ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਬਚਪਨ ਵਿੱਚ ਹੀ ਆਪ ਜੀ ਨੂੰ ਨਾਨਾ ਗੁਰੂ ਵੱਲੋਂ 5ਵੇਂ ਥਾਂ ਤੇ ਗੁਰਤਾ ਗੱਦੀ ਤੇ ਸ਼ਸ਼ੋਭਤ ਹੋਣ ਦੇ ਜਿਹੜੇ ਬਚਨ ਭਵਿੱਖਤ ਵਾਕ ਕਹੇ ਉਹ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ। ਇੱਕ ਤਾਂ ਉਹ ਬਚਨ ਹੈ ਜਿਸ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਇਸ਼ਨਾਨ ਕਰਨ ਉਪਰੰਤ ਸਤਿਗੁਰੂ ਪੀੜੇ ਸਾਹਿਬ ਦੇ ਉੱਤੇ ਮਹਾਰਾਜ ਸਮਾਧੀ ਦੇ ਵਿੱਚ ਜੁੜੇ ਹਨ ਤੇ ਬਹੁਤਾ ਸਮਾਂ ਸਤਿਗੁਰੂ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਪਿਤਾ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸਨ। ਕੱਲਾ ਦੁਨਿਆਵੀ ਪਿਤਾ ਹੀ ਨਹੀਂ ਜਾਣਦੇ, ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਾਣ ਕੇ ਵੀ ਬੀਬੀ ਭਾਨੀ ਜੀ ਸੇਵਾ ਕਰਦੇ ਸਨ। ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਪੀੜੇ ਸਾਹਿਬ ਤੇ ਬਿਰਾਜਮਾਨ ਸਨ ਤੇ ਉਸ ਪੀੜੇ ਦਾ ਇੱਕ ਪਾਵਾ ਜਿਹੜਾ ਸੀ ਉਹ ਟੁੱਟ ਗਿਆ। ਬੀਬੀ ਭਾਨੀ ਜੀ ਨੇ ਦੇਖਿਆ ਨੇੜੇ ਤੇੜੇ ਕੋਈ ਵਸਤੂ ਲੱਭਣੀ ਚਾਹੀ ਕਿ ਪੀੜੇ ਹੇਠਾਂ ਦੇ ਦਈਏ, ਕਿਉਂਕਿ ਉਸ ਵਕਤ ਸਤਿਗੁਰਾਂ ਦਾ ਭਾਰ 3 ਪਾਵਿਆਂ ਵੱਲ ਸੀ। ਕਿੱਧਰ ਚੌਥੇ ਪਾਵੇ ਵੱਲ ਨਾ ਆਵੇ, ਸਮਾਧੀ ਉਥਾਨ ਨਾ ਹੋ ਜਾਣ। ਜਦੋਂ ਕੋਈ ਵਸਤੂ ਨੇੜੇ ਨਾ ਲੱਭੀ ਤੇ ਬੀਬੀ ਭਾਨੀ ਜੀ ਨੇ ਛੇਤੀ ਨਾਲ ਕਾਹਲੀ ਦੇ ਨਾਲ ਆਪਣਾ ਹੱਥ ਹੀ ਹੇਠਾਂ ਰੱਖ ਦਿੱਤਾ। ਉਸ ਪੀੜੇ ਦੀਆਂ ਜਿਹੜੀਆਂ ਛਿਲਤਰਾਂ ਸਨ ਬੀਬੀ ਭਾਨੀ ਜੀ ਦੇ ਹੱਥ ਦੇ ਵਿੱਚ ਖੁੱਭਦੀਆਂ ਗਈਆਂ। ਲਹੂ ਨੁੱਚੜਦਾ ਧਰਤੀ ਤੇ ਡਿੱਗਦਾ ਹੈ। ਬਾਂਹ ਮੋਢੇ ਤੱਕ ਸੁੰਨ ਹੋ ਗਈ। ਬੀਬੀ ਭਾਨੀ ਜੀ ਅਡੋਲ ਬੈਠੇ ਰਹੇ। ਜਿਹੜੀ ਸੇਵਾ ਬੀਬੀ ਭਾਨੀ ਜੀ ਨੇ ਪਿਤਾ ਗੁਰੂ ਅਮਰਦਾਸ ਜੀ ਦੀ ਕੀਤੀ ਹੈ,
ਸ਼ਾਇਦ ਕਿਸੇ ਪੁਰਸ਼ਾਂ ਵਾਸਤੇ ਵੀ ਕਰਨੀ ਕਠਿਨ ਸੀ। ਜਦੋਂ ਸਤਿਗੁਰੂ ਸਮਾਧੀ ਉਥਾਨ ਹੋਏ, ਨੇਤਰ ਖੋਲਦੇ ਨੇ, ਦੇਖਦੇ ਹਨ ਬੀਬੀ ਭਾਨੀ ਨੂੰ ਕੋਲ ਬੈਠਿਆਂ। ਗੁਰਦੇਵ ਕਹਿਣ ਲੱਗੇ, ਧੀਏ ਇੱਥੇ ਬੈਠੇ ਕੀ ਕਰਦੇ ਹੋ? ਉਸ ਵਕਤ ਮਨ ਵਿੱਚ ਆ ਕੇ, ਹੰਕਾਰ ਚ ਆ ਕੇ ਨਹੀਂ ਜਣਾਇਆ ਕਿ ਤੁਹਾਡੀ ਸੇਵਾ ਕਰ ਰਹੀ, ਸਗੋਂ ਬੇਨਤੀ ਕਰਨ ਲੱਗੇ ਕਿ ਪਿਤਾ ਜੀ ਸਾਡੀ ਮਤ ਅਣਜਾਣ ਹੈ, ਆਪ ਜੀ ਮਹਾਨ ਗੁਰੂ ਹੋ ਤੇ ਸਾਡੇ ਕੋਲੋਂ ਉਹ ਜਿਹੜੀ ਸੇਵਾ ਆਪ ਦੀ ਕਰਨੀ ਬਣਦੀ ਹੈ ਉਹ ਪੂਰਨ ਤੌਰ ਤੇ ਨਹੀਂ ਹੋ ਸਕਦੀ। ਜਦੋਂ ਮਹਾਰਾਜ ਦਾ ਧਿਆਨ ਪਿਆ, ਦੇਖਿਆ ਕਿ ਲਹੂ ਧਰਤੀ ਤੇ ਡੋਲਾ ਹੈ, ਬਾਂਹ ਜਿਹੜੀ ਸੀ ਉਹ ਨੀਲੀ ਹੋ ਚੁੱਕੀ ਹੈ। ਸਤਿਗੁਰਾਂ ਨੇ ਪੀੜੇ ਦੇ ਹੇਠੋਂ ਬਾਂਹ ਕੱਢੀ। ਮਹਾਰਾਜ ਦੇਖ ਕਰਕੇ ਸਤਿਗੁਰਾਂ ਨੇ ਜਿਹੜੇ ਉਸ ਵਕਤ ਭਵਿੱਖਤ ਵਾਕ ਕਹੇ ਸਨ, ਉਹ ਆਪਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਧੀਏ ਤੇਰੇ ਵਰਗੀ ਧੀ ਨਾ ਕੋਈ ਹੋਈ, ਨਾ ਕੋਈ ਹੈ, ਨਾ ਹੋਵੇਗੀ ਐਸੀ। ਪਿਤਾ ਗੁਰੂ ਜਗ ਗੁਰ ਹੋਏ ਕੰਤ, ਪੁੱਤਰ ਗੁਰੂ ਹੋਏ ਪੋਤਰ ਮਹੰਤ। ਇਹ ਭਵਿੱਖਤ ਵਾਕ ਸਤਿਗੁਰੂ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਕੀਤੇ। ਬੀਬੀ ਭਾਨੀ ਜੀ ਦੇ ਪਿਤਾ ਗੁਰੂ ਅਮਰਦਾਸ ਮਹਾਰਾਜ ਗੁਰੂ ਨੇ, ਪਤੀ ਗੁਰੂ ਰਾਮਦਾਸ ਗੁਰੂ ਹੋਏ, ਪੁੱਤਰ ਗੁਰੂ ਅਰਜਨ ਦੇਵ ਸਾਹਿਬ ਗੁਰੂ, ਪੋਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਰੂ, ਪੜ ਪੋਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ, ਅੱਗੇ ਉਹਨਾਂ ਦੇ ਪੁੱਤਰ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਗੁਰੂ। ਇਹ ਪਰਿਵਾਰ ਸਾਰਾ ਬੀਬੀ ਭਾਨੀ ਜੀ ਦਾ ਹੈ। ਭਾਈ ਗੁਰਦਾਸ ਜੀ ਦੇ ਵਾਕ ਆਪਾਂ ਪੜ੍ਹਦੇ ਹਾਂ ਕਿ ਜਾਨ ਨਾ ਦੇਸਾਂ ਸੋਢੀਆਂ, ਹੋਰ ਸੇ ਅਜਰ ਨਾ ਜਰਿਆ ਜਾਵੇ, ਘਰ ਹੀ ਕੀ ਵਥ ਘਰੇ ਰਹਾਵੇ। ਤੇ ਦੂਜਾ ਇਤਿਹਾਸਕ ਪ੍ਰਮਾਣ ਮਿਲਦਾ ਹੈ, ਇੱਕ ਦਿਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਲੰਘੇ ਤੇ ਬਿਰਾਜਮਾਨ ਸਨ ਤੇ ਸ੍ਰੀ ਅਰਜਨ ਦੇਵ ਜੀ ਬਚਪਨ ਵਿੱਚ ਬਾਲ ਚੋਜ ਕਰਦਿਆਂ ਜਿਸ ਤਰ੍ਹਾਂ ਬਾਲਕ ਰਿੜਦੇ ਨੇ, ਸਤਿਗੁਰੂ ਰਿੜਦਿਆਂ ਹੋਇਆਂ ਆਪਣੇ ਨਾਨਾ ਗੁਰੂ ਦੇ ਪਲੰਘੇ ਲਾਗੇ ਆਏ। ਜਦੋਂ ਪਾਵੇ ਨੂੰ ਫੜ ਕੇ ਖੜੇ ਹੋਣ ਲੱਗੇ ਤੇ ਮੰਜਾ ਹਿੱਲਿਆ ਤੇ ਗੁਰਦੇਵ ਨੇ ਵਾਕ ਕਹੇ, ਕੌਣ ਪ੍ਰਗਟਿਓ ਪੁਰਖ ਅਵਤਾਰੀ, ਜਿਨ ਮੰਜੀ ਹਿਲਾਈ ਸਾਰੀ। ਇੰਨੇ ਚਿਰ ਚ ਬੀਬੀ ਭਾਨੀ ਉੱਥੇ ਆ ਗਏ, ਕਹਿਣ ਲੱਗੇ, ਪਿਤਾ ਜੀ ਇਹ ਤੁਹਾਡਾ ਹੀ ਦੋਹਤਾ ਹੈ। ਤੇ ਗੁਰਦੇਵ ਨੇ ਦੂਜਾ ਜਿਹੜਾ ਬਚਨ ਉਹ ਕੀਤਾ, ਦੋਹਿਤਾ ਬਾਣੀ ਕਾ ਬੋਹਿਥਾ। ਸਤਿਗੁਰੂ ਜੀ ਨੇ ਆਪਣੇ ਦੋਤੇ ਨੂੰ ਪਿਆਰ ਦੇਣ ਵਾਸਤੇ ਜਦੋਂ ਚੁੱਕਣ ਲੱਗੇ, ਸਰੀਰ ਭਾਰੀ ਪ੍ਰਤੀਤ ਹੋਇਆ। ਤੀਜਾ ਬਚਨ ਕੀਤਾ, ਇਹ ਭਾਰੀ ਗੁਰੂ ਹੋਵੇਗਾ, ਭਾਰੀ ਮੁਸੀਬਤ ਪੈਣ ਤੇ ਵੀ ਡੋਲੇਗਾ ਨਹੀਂ, ਕਿਉਂਕਿ ਜਿਹੜੀ ਭਾਰੀ ਵਸਤੂ ਹੈ ਉਹ ਅਡੋਲ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬਚਨ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਤੇ ਬਹੁਤੀਆਂ ਬਖਸ਼ਿਸ਼ਾਂ ਆਪ ਜੀ ਨੇ ਨਾਨਾ ਗੁਰੂ ਪਾਸੋਂ ਪ੍ਰਾਪਤ ਕੀਤੀਆਂ। ਜਦ ਆਪਾਂ ਗੋਇੰਦਵਾਲ ਸਾਹਿਬ ਦੀ ਪਾਵਤ ਧਰਤੀ ਤੇ ਦਰਸ਼ਨ ਕਰਨ ਜਾਂਦੇ ਹਨ ਤੇ ਗੁਰਦੁਆਰਾ ਚੁਬਾਰਾ ਸਾਹਿਬ ਹੈ, ਜਿੱਥੇ ਲੰਮਾ ਸਮਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਪ ਕੀਤਾ। ਇਸੇ ਅਸਥਾਨ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਇਸੇ ਅਸਥਾਨ ਤੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ। ਇਸੇ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਏ। ਇਸੇ ਅਸਥਾਨ ਤੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਪਿਤਾ ਗੁਰੂ ਦਾ ਕਦੇ ਬਚਨ ਨਹੀਂ ਸੀ ਮੋੜਦੇ। ਇੱਕ ਵਾਰ ਬਾਬਾ ਸਹਾਰੀ ਮਲ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ ਦੇ ਵੱਡੇ ਪੁੱਤਰ ਸਨ। ਮਠਿਆਈ ਲੈ ਕੇ ਲਾਹੌਰ ਤੋਂ ਗੋਇੰਦਵਾਲ ਸਾਹਿਬ ਚੱਲ ਕੇ ਗਏ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬੇਨਤੀ ਕੀਤੀ, ਸਤਿਗੁਰੂ ਆਪ ਕਿਰਪਾ ਕਰੋ, ਆਪ ਮੇਰੇ ਪੁੱਤਰ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਵੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵਕਤ ਵਿਚਾਰਿਆ ਕਿ ਜੇ ਅਸੀਂ ਜਾਵਾਂਗੇ ਤੇ ਬੇਅੰਤ ਸੰਗਤਾਂ ਨਾਲ ਜਾਣਗੀਆਂ ਤੇ ਇਹਨਾਂ ਤੇ ਖਰਚੇ ਦਾ ਬੋਝ ਵਧੇਗਾ। ਸਤਿਗੁਰੂ ਜੀ ਨੇ ਕਿਹਾ, ਸਹਾਰੀ ਮਲ ਜੀ ਆਪਣੇ ਵੱਡੇ ਭਰਾ ਨੂੰ ਕਹਿਣ ਲੱਗੇ, ਤੁਸੀਂ ਸਾਡੇ ਕਿਸੇ ਪੁੱਤਰ ਨੂੰ ਨਾਲ ਲੈ ਜਾਓ, ਉਹਨੂੰ ਹੀ ਸਾਡਾ ਰੂਪ ਸਮਝ ਲਿਓ। ਪਹਿਲਾਂ ਆਵਾਜ਼ ਦਿੱਤੀ ਬਾਬੇ ਪ੍ਰਿਥੀ ਚੰਦ ਨੂੰ। ਬਾਬਾ ਪ੍ਰਿਥੀ ਚੰਦ ਉੱਥੇ ਆਉਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਆਪਣੇ ਤਾਇਆ ਜੀ ਦੇ ਨਾਲ ਲਾਹੌਰ ਜਾਓ,
ਤੁਹਾਡੇ ਭਰਾ ਦੀ ਸ਼ਾਦੀ ਹੈ, ਉਸ ਸ਼ਾਦੀ ਦੇ ਵਿੱਚ ਸ਼ਮੂਲੀਅਤ ਕਰੋ। ਤੇ ਪ੍ਰਿਥੀ ਚੰਦ ਜਿਹੜਾ ਪਹਿਲਾਂ ਹੀ ਸੰਗਤਾਂ ਦੀ ਕਾਰ ਭੇਟਾ ਸੰਭਾਲਦਾ ਸੀ ਤੇ ਬਹੁਤਾ ਹਿੱਸਾ ਆਪਣੇ ਘਰੇ ਵੱਖਰਾ ਕੱਢ ਕੇ ਰੱਖਦਾ ਸਨ, ਉਸ ਵਕਤ ਵਿਚਾਰਨ ਲੱਗੇ ਕਿ ਜੇ ਮੈਂ ਨਾਲ ਚਲਾ ਗਿਆ ਤੇ ਇੱਧਰ ਧਨ ਕਿਸ ਤਰ੍ਹਾਂ ਜੁੜੇਗਾ। ਇਹ ਨਾ ਹੋਵੇ ਕਿ ਕਿਤੇ ਗੁਰਤਾ ਗੱਦੀ ਮੇਰੇ ਛੋਟੇ ਭਰਾ ਅਰਜਨ ਦੇਵ ਨੂੰ ਦੇ ਦੇਣ। ਬਾਬੇ ਪ੍ਰਿਥੀ ਚੰਦ ਨੇ ਜਾਣ ਤੋਂ ਇਨਕਾਰ ਕੀਤਾ। ਕਹਿਣ ਲੱਗੇ ਕਿ ਪਿਤਾ ਜੀ, ਇੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਸਾਰੀ ਸੰਭਾਲ ਮੈਂ ਕਰਦਾ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪੁੱਤਰ ਪ੍ਰਿਥੀ ਚੰਦ, ਤੂੰ ਇਹਨਾਂ ਦੇ ਨਾਲ ਜਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਾਰ ਆਪੇ ਹੀ ਚੱਲਦੀ ਰਹਿਣੀ। ਪਰ ਬਾਬੇ ਪ੍ਰਿਥੀ ਚੰਦ ਨੇ ਜਾਣ ਤੋਂ ਇਨਕਾਰ ਕੀਤਾ। ਦੂਜੀ ਵਾਰ ਸਤਿਗੁਰਾਂ ਨੇ ਬਾਬੇ ਮਹਾਦੇਵ ਨੂੰ ਬੁਲਾ ਕੇ ਕਿਹਾ ਕਿ ਇਹਨਾਂ ਦੇ ਨਾਲ ਜਾਓ, ਤੇ ਬਾਬੇ ਮਹਾਦੇਵ ਨੇ ਵੀ ਕਹਿ ਦਿੱਤਾ, ਕੌਣ ਕਿਸੇ ਦਾ ਭਰਾ, ਕੌਣ ਰਿਸ਼ਤੇਦਾਰ, ਇੱਥੇ ਕੋਈ ਕਿਸੇ ਦਾ ਨਹੀਂ। ਪਰ ਜਦ ਆਪਾਂ ਗੁਰੂ ਜੀ ਦੇ ਵਾਕ ਬਾਣੀ ਅੰਦਰ ਪੜ੍ਹਦੇ ਹਾਂ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਮਹਾਦੇਵ ਜੀ ਨੇ ਵੀ ਇਨਕਾਰ ਕੀਤਾ। ਤੀਜੀ ਵਾਰ ਸਤਿਗੁਰਾਂ ਨੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਬੁਲਾਇਆ। ਗੁਰਦੇਵ ਕਹਿਣ ਲੱਗੇ ਕਿ ਇਹਨਾਂ ਦੇ ਨਾਲ ਜਾਓ ਲਾਹੌਰ, ਵਿਆਹ ਦੇ ਵਿੱਚ ਸ਼ਾਮਲ ਹੋਣਾ, ਸਾਰੇ ਕਾਰਜ ਨਾਲ ਹੋ ਕੇ ਕਰਵਾਉਣੇ। ਬਾਅਦ ਵਿੱਚ ਜਿਹੜਾ ਸਾਡਾ ਸਥਾਨ ਹੈ ਉੱਥੇ ਧਰਮਸ਼ਾਲਾ ਬਣਾਉਣੀ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਉਸ ਵਕਤ ਪਿਤਾ ਗੁਰੂ ਦਾ ਬਚਨ ਮੰਨ ਕੇ ਹੱਥ ਜੋੜ ਕੇ ਸਤਿਗੁਰੂ ਖਲੋਤੇ ਸਨ। ਨੀਵੀਂ ਪਾਈ ਹੋਈ, ਕਦੇ ਪਿਤਾ ਗੁਰੂ ਅੱਗੇ ਨੇਤਰ ਨਹੀਂ ਸਨ ਚੁੱਕਦੇ। ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ, ਇਹ ਤਾਂ ਖੁਸ਼ੀ ਵਾਲਾ ਮਾਹੌਲ ਹੈ, ਇੱਥੇ ਤਾਂ ਵਿਆਹ ਦੇ ਵਿੱਚ ਜਾਣਾ ਤੇ ਖੁਸ਼ੀ ਵਾਲੇ ਮਾਹੌਲ 'ਚ ਸ਼ਾਮਲ ਹੋਣਾ ਹੈ। ਜੇ ਕਿਤੇ ਤੁਸੀਂ ਮੈਨੂੰ ਉਸ ਜਗ੍ਹਾ ਭੇਜੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ, ਜਿੱਥੇ ਸਿਰ ਵੀ ਦੇਣਾ ਪਵੇ, ਤੇ ਮੈਂ ਇਨਕਾਰ ਨਹੀਂ ਕਰਾਂਗਾ। ਉਸ ਵਕਤ ਜਿਹੜੇ ਵਾਕ ਮਾਤਾ ਭਾਨੀ ਜੀ ਨੇ ਕਹੇ ਸਨ, ਉਹ ਸਤਿਗੁਰਾਂ ਨੇ ਗੁਰਤਾ ਤੇ ਸ਼ਸ਼ੋਭਤ ਹੋ ਕੇ ਬਾਣੀ ਦੇ ਵਿੱਚ ਆਪਾਂ ਉਹ ਬਚਨ ਪੜ੍ਹਦੇ ਹਾਂ ਦਰਜ ਕੀਤੇ ਨੇ। ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ, ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਆਪਣੇ ਤਾਇਆ ਜੀ ਦੇ ਨਾਲ, ਸਾਰੀ ਮਲ ਦੇ ਨਾਲ ਲਾਹੌਰ ਗਏ, ਭਰਾ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ, ਧਰਮਸ਼ਾਲਾ ਰਚ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਪਰ ਜਾਣ ਲੱਗਿਆਂ ਬਚਨ ਕੀਤਾ ਸੀ ਕਿ ਜਿੰਨਾ ਚਿਰ ਬੁਲਾਈਏ ਨਾ ਵਾਪਸ ਨਾ ਆਇਓ। ਪਿਤਾ ਗੁਰੂ ਦਾ ਬਚਨ ਮੰਨ ਕੇ ਲਾਹੌਰ ਰਹੇ। ਕਾਫੀ ਮਹੀਨੇ ਬਤੀਤ ਹੋ ਗਏ। ਹੁਣ ਅੰਦਰ ਜਿਹੜਾ ਸੀ ਉਹ ਬੇਬਲ ਹੋ ਰਿਹਾ ਸੀ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ, ਸੋ ਪਾਵਨ ਸ਼ਬਦ ਸਤਿਗੁਰਾਂ ਦੇ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ। ਦਹਿ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਇਹ ਪਾਵਨ ਸ਼ਬਦ ਜਿਹੜੇ ਸਨ ਸਤਿਗੁਰੂ ਜੀ ਨੇ ਬਿਰਹਾ ਦੇ ਵਿੱਚ ਆ ਕਰਕੇ ਉਚਾਰਨ ਕੀਤੇ। ਜਦੋਂ 7 ਮਹੀਨੇ ਤੋਂ ਉੱਪਰ ਸਮਾਂ ਬੀਤਿਆ ਹੈ, ਦੇਖਿਆ ਕਿ ਪਿਤਾ ਗੁਰੂ ਦਾ ਕੋਈ ਸੁਨੇਹਾ ਨਹੀਂ ਆਇਆ। ਮਨ ਰੂਪੀ ਪੰਛੀ ਪਿਤਾ ਦੇ ਹੁਕਮ ਰੂਪੀ ਪਿੰਜਰੇ ਦੇ ਵਿੱਚ ਬੈਠਾ ਸੀ, ਆਪਣੇ ਆਪ ਆ ਨਹੀਂ ਸੀ ਸਕਦੇ। ਫਿਰ ਸਤਿਗੁਰੂ ਜੀ ਨੇ ਪਹਿਲੀ ਚਿੱਠੀ ਲਿਖੀ ਹੈ। ਜਿਹੜੇ ਬਚਨ ਆਪਾਂ ਮਾਝ ਰਾਗ ਦੇ ਵਿੱਚ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਸਿੱਖ ਹੱਥ ਚਿੱਠੀ ਭੇਜੀ। ਪਹਿਲੀ ਚਿੱਠੀ ਲੈ ਕੇ ਸਿੱਖ ਪਹੁੰਚਿਆ ਹੈ। ਬਾਬੇ ਪ੍ਰਿਥੀ ਚੰਦ ਨੇ ਲੈ ਕੇ ਆਪਣੀ ਖੀਸੇ 'ਚ ਪਾ ਲਈ। ਫਿਰ ਦੂਜੀ ਚਿੱਠੀ ਲੈ ਕੇ ਭੇਜਦੇ ਹਨ। ਉਹ ਦੂਜੀ ਚਿੱਠੀ ਵੀ ਲੈ ਕੇ ਆਪਣੇ ਖੀਸੇ 'ਚ ਪਾ ਲਈ। ਜਦ ਦੇਖਿਆ ਕਿ ਕੋਈ ਜਵਾਬ ਨਾ ਆਇਆ, ਤੀਜੀ ਚਿੱਠੀ ਲਿਖੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੈ ਤੁਧ ਭਗਵੰਤਾ, ਮੋਹਿ ਰਹਿਣ ਨਾ ਬਿਹਾਵੈ, ਨੀਂਦ ਨਾ ਆਵੇ। ਉਸ ਵੇਲੇ ਤੀਜੀ ਚਿੱਠੀ ਲੈ ਕੇ ਸਿੱਖ ਨੂੰ ਕਿਹਾ ਕਿ ਹੁਣ ਪਿਤਾ ਗੁਰੂ ਦੇ ਹੱਥ ਵਿੱਚ ਚਿੱਠੀ ਦੇਣੀ। ਸਿੱਖ ਚੱਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕੀਤੇ। ਉਸ ਵਕਤ ਜਦੋਂ ਸਤਿਗੁਰਾਂ ਨੂੰ ਇਹ ਤੀਜੀ ਚਿੱਠੀ ਮਹਾਰਾਜ ਦੇ ਹਵਾਲੇ ਕੀਤੀ ਨਾ, ਤੇ ਧੰਨ ਗੁਰੂ ਰਾਮਦਾਸ ਜੀ ਨੇ ਇਹ ਚਿੱਠੀ ਪੜ੍ਹੀ। ਅੰਕ 3 ਲਿਖਿਆ ਹੈ। ਸਤਿਗੁਰੂ ਪੁੱਛਦੇ ਹਨ ਕਿ 2 ਅੰਕ, ਤੇ ਸਿੱਖ ਕਹਿੰਦਾ ਪਹਿਲਾਂ ਵੀ ਆਇਆ ਸੀ ਤੇ ਪ੍ਰਿਥੀ ਚੰਦ ਨੂੰ ਦਿੱਤੀਆਂ ਨੇ। ਮਹਾਰਾਜ ਨੇ ਪ੍ਰਿਥੀ ਚੰਦ ਨੂੰ ਪੁੱਛਿਆ, ਇਨਕਾਰ ਕਰਦਾ ਹੈ। ਘਰੇ ਸਿੱਖ ਭੇਜਦੇ ਹਨ ਤੇ ਖੀਸੇ ਵਿੱਚੋਂ ਚਿੱਠੀਆਂ ਨਿਕਲੀਆਂ। ਪਾਜ ਜਿਹੜਾ ਸੀ ਉਹ ਉਗੜ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਮੇਹਰਾਂ ਦੇ ਘਰ ਵਿੱਚ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ ਰੱਥ ਦੇ ਕੇ ਭੇਜਿਆ
ਕਿ ਜਾਓ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਲਾਹੌਰ ਪਹੁੰਚਦੇ ਨੇ। ਸ੍ਰੀ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ, ਰੱਥ ਦੇ ਉੱਤੇ ਬਿਠਾ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਲੈ ਕੇ ਆਏ। ਮਹਾਰਾਜ ਦੇ ਚਰਨਾਂ ਦੇ ਉੱਤੇ ਆ ਕੇ ਸਤਿਗੁਰਾਂ ਨੇ ਸੀਸ ਰੱਖਿਆ। ਧੰਨ ਗੁਰੂ ਰਾਮਦਾਸ ਜੀ ਨੇ ਗਲ ਵਕੜੀ ਦੇ ਵਿੱਚ ਲਿਆ। ਉਸ ਵਕਤ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਕੀਤਾ। ਗੁਰਦੇਵ ਕਹਿਣ ਲੱਗੇ ਕਿ ਹੁਣ ਇਹ ਸ਼ਬਦ ਦਾ ਚੌਥਾ ਪਦਾ ਵੀ ਉਚਾਰਨ ਕਰੋ ਤੇ ਸ਼ਬਦ ਸੰਪੂਰਨ ਕਰ ਦਿਓ। ਪਿਤਾ ਗੁਰੂ ਦਾ ਬਚਨ ਮੰਨ ਕੇ ਉਹ ਚੌਥਾ ਪਦਾ ਜਿਹੜਾ ਸੀ ਉਚਾਰਨ ਕੀਤਾ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਸ਼ਸ਼ੋਭਤ ਕੀਤਾ। ਇਸ ਗੱਲ ਦਾ ਬਾਬੇ ਪ੍ਰਿਥੀ ਚੰਦ ਨੇ ਬੜਾ ਬੁਰਾ ਮਨਾਇਆ। ਕਹਿਣ ਲੱਗਾ, ਵੱਡਾ ਕੌਣ ਮੈਂ ਕਿ ਇਹ ਗੁਰਤਾ ਦਾ ਹੱਕ ਤੇ ਮੇਰਾ ਬਣਦਾ ਸੀ। ਪਰ ਸਤਿਗੁਰੂ ਜੀ ਨੇ ਦਰਸਾ ਦਿੱਤਾ ਹੈ, ਦਾਤ ਜੋਤ ਖਸਮੈ ਵਡਿਆਈ। ਇਹ ਤਾਂ ਧੁਰ ਦਰਗਾਹ ਤੋਂ ਜਿਹਦੀ ਝੋਲੀ ਦਾਤ ਪੈਣੀ ਸੀ, ਇਹ ਉਹਨਾਂ ਦੇ ਪਈ ਹੈ। ਬਾਬਾ ਪ੍ਰਿਥੀ ਚੰਦ ਵਿਰੋਧ ਕਰਦਾ ਚਲਾ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਬਾਬਾ ਪ੍ਰਿਥੀ ਚੰਦ ਫਿਰ ਪਹੁੰਚਦਾ ਹੈ, ਬਹੁਤ ਵਿਰੋਧ ਕਰਦਾ ਹੈ। ਕਹਿੰਦਾ ਮੈਂ ਹੁਣੇ ਗਿਆ, ਕੁਝ ਦਿਨਾਂ ਵਿੱਚ ਹੀ ਪਿਤਾ ਗੁਰੂ ਚਲੇ ਗਏ। ਇਹ ਇਹਨਾਂ ਨੇ ਖਤਮ ਕੀਤੇ ਨੇ। ਪਹਿਲਾ ਦੋਸ਼ ਹੀ ਇਹ ਬਾਬੇ ਪ੍ਰਿਥੀ ਚੰਦ ਨੇ ਘਰ ਚੋਂ ਲਾਇਆ ਸੀ। ਪਰ ਉੱਥੇ ਜਿਹੜੇ ਭੱਟ ਜਨ ਹਾਜ਼ਰ ਸਨ, ਉਹਨਾਂ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿਖਹੁ ਨੈਣ। ਬਾਬਾ ਸ੍ਰੀ ਚੰਦ ਵੀ ਆਏ ਤੇ 2 ਦਸਤਾਰਾਂ ਲੈ ਕੇ ਆਏ ਸਨ, ਕਿ ਵੱਡੇ ਭਰਾ ਦੀ ਬਾਬੇ ਪ੍ਰਿਥੀ ਚੰਦ ਦੀ, ਤੇ ਜਿਹੜੀ ਗੁਰਤਾ ਗੱਦੀ ਦੀ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਪਰ ਬਾਬੇ ਪ੍ਰਿਥੀ ਚੰਦ ਨੇ ਬਹੁਤ ਵਿਰੋਧ ਕੀਤਾ ਕਿ ਆ ਪਿਤਾ ਗੁਰੂ ਨੂੰ ਇਹਨਾਂ ਖਤਮ ਕੀਤਾ ਹੈ। ਤੇ ਭੱਟ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਉਹ ਕਹਿੰਦੇ ਹਨ, ਕੌਣ ਕਹੈ ਸੋ ਸ੍ਰੀ ਗੁਰ ਮੋਇਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ, ਰਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰਹੁ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜੁਨ ਕਉ ਦੇ ਆਇਓ। ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਇਹ ਸਿੰਘਾਸਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਿੱਤਾ ਹੈ। ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ 18 ਸਾਲ 4 ਮਹੀਨੇ ਦੇ ਸਨ ਸਤਿਗੁਰੂ ਜਦੋਂ ਗੁਰਤਾ ਤੇ ਸ਼ਸ਼ੋਭਤ ਹੋਏ ਨੇ। 43 ਸਾਲ ਦੀ ਉਮਰ ਵਿੱਚ ਸਤਿਗੁਰੂ ਸ਼ਹਾਦਤ ਪ੍ਰਾਪਤ ਕਰਦੇ ਨੇ। ਇੰਨੇ ਸਾਲ ਸਤਿਗੁਰੂ ਜੀ ਨੇ 43 ਸਾਲ ਦੀ ਉਮਰ ਵਿੱਚ ਜੋ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਨੂੰ ਪੱਕਾ ਕਰਾਉਣਾ, ਸ੍ਰੀ ਸੰਤੋਖਸਰ ਸਾਹਿਬ ਦੀ ਮੁਕੰਮਲਤਾ ਕਰਾਉਣੀ, ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ, ਤਰਨਤਾਰਨ ਸਾਹਿਬ ਨਗਰ ਵਸਾਉਣਾ, ਕਰਤਾਰਪੁਰ ਨਗਰ ਵਸਾਇਆ, ਲੋਕ ਭਲਾਈ ਵਾਸਤੇ 6 ਹਾਟਾਂ ਵਾਲਾ ਖੂਹ ਲਾਇਆ, ਅਤੇ ਸਾਨੂੰ ਸ਼ੁੱਧ ਖੁਰਾਕ ਦੇਣ ਵਾਸਤੇ ਸਤਿਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ। ਸ੍ਰੀ ਰਾਮਸਰ ਸਾਹਿਬ ਦੀ ਪਾਵਨ ਧਰਤੀ ਤੇ, ਉੱਥੇ ਨੇੜੇ ਜਿਹੜਾ ਮੰਜੀ ਸਾਹਿਬ ਅਸਥਾਨ ਹੈ, ਸਾਡੇ ਸੁਆਸਾਂ ਨੂੰ ਸਫਲਿਆਂ ਕਰਨ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ। ਫਿਰ ਮਨੁੱਖਤਾ ਦੀ ਕਲਿਆਣ ਵਾਸਤੇ ਇੱਕਾ ਗੁਰੂ, ਇੱਕ ਗੁਰੂ ਦੇ ਲੜ ਲਾਉਣ ਵਾਸਤੇ ਸਤਿਗੁਰੂ ਜੀ ਨੇ ਸਤਿਗੁਰੂ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਭੱਟ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਸਿੱਖਾਂ ਦੀ ਬਾਣੀ ਇਕੱਤਰ ਕਰਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸੰਮਤ 1660 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਾਈ। ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ, ਰਸਤਾ ਇੱਕ ਰੱਖਿਆ, ਉਪਦੇਸ਼ ਚਾਹੋਂ ਵਰਨਾ ਕੋ ਸਾਂਝਾ, ਪਰ ਜਿਹੜਾ ਇੱਥੇ ਆਵੇ ਗੱਲ ਇੱਕ ਦੀ ਹੋਵੇਗੀ। ਇੱਥੇ ਧੰਨ ਗੁਰੂ ਅਮਰਦਾਸ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੰਮਤ 1661 ਨੂੰ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਬੇਅੰਤ ਰਹਿਮਤਾਂ ਸਤਿਗੁਰੂ ਜੀ ਨੇ ਸਾਡੇ ਤੇ ਕੀਤੀਆਂ। ਜਿੱਥੇ ਅਧੂਰੇ ਆ ਕੇ ਯਤਨ ਕਰਦੇ ਸਨ ਕਿ ਸਾਡੀ ਲਿਖਤ ਵੀ ਵਿੱਚ ਦਰਜ ਕਰ ਲਓ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹ ਮਾਂ ਸਨ ਜਿਹੜੀ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਸ਼ੁੱਧ ਖੁਰਾਕ ਖਾਵੇ, ਮੇਰਾ ਬੱਚਾ
ਇਹ ਤੰਦਰੁਸਤ ਰਹੇ। ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਸ਼ਹਾਦਤ ਤੱਕ ਦਿੱਤੀ, ਪਰ ਸਾਡੀ ਕਲਿਆਣ ਵਾਸਤੇ, ਉਦਾਰ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ, ਸ਼ਬਦ ਗੁਰੂ ਦੇ ਲੜ ਲਾਉਂਦਿਆਂ ਇਹ ਬਚਨ ਕਹੇ ਸਨ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨੈ ਦਰਸੈ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਇਹ ਸਰੀਰ ਤਾਂ ਨਾਸ ਹੋ ਸਕਦੇ ਨੇ, ਪਰ ਗੁਰੂ ਗ੍ਰੰਥ ਗੁਰੂ ਕਾ ਹਿਰਦਾ ਹੈ। ਸਿੱਖੋ, ਹਮੇਸ਼ਾ ਗੁਰੂ ਦੇ ਲੜ ਲੱਗੇ ਰਹਿਣਾ। ਜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋਗੇ, ਕਦੇ ਵਾਸਤੇ ਵੀ ਤੁਹਾਨੂੰ ਘਾਟਾ ਨਹੀਂ ਪੈ ਸਕਦਾ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਜੇ ਕੋਈ ਖਾਵੇਗਾ, ਇਸ ਸ਼ਬਦ ਨੂੰ ਆਪਣੇ ਮੁਖਾਰ ਬਿੰਦ ਦੇ ਨਾਲ ਜਪੇਗਾ, ਉਹਦਾ ਹੀ ਉਧਾਰ ਹੋਵੇਗਾ। ਬੇਅੰਤ ਰਹਿਮਤਾਂ ਸਤਿਗੁਰੂ ਜੀ ਨੇ ਸਾਡੇ ਤੇ ਕੀਤੀਆਂ ਨੇ। ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਆਓ ਗੁਰ ਸੰਗਤ ਜੀ, ਜੋ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੀ ਜਨਮ ਸਾਖੀ ਜੋ ਆਪਾਂ ਸਰਵਣ ਕਰਦੇ ਆ ਰਹੇ ਹਾਂ, ਸਤਿਗੁਰੂ ਜੀ ਮਨੁੱਖਤਾ ਦੇ ਉਧਾਰ ਵਾਸਤੇ ਮਹਾਰਾਜ ਬ੍ਰਿਜ ਨਗਰ ਤੋਂ ਹੁੰਦਿਆਂ ਅਯੁੱਧਿਆਪੁਰੀ ਵਿੱਚ ਪਹੁੰਚੇ ਹਨ, ਜਿੱਥੇ ਸੰਗਤ ਜੀ ਇਹ ਇਲਾਕਾ ਜਿਹੜਾ ਹੈ ਸੋ ਯੂਪੀ ਦੇ ਵਿੱਚ ਫੈਜ਼ਾਬਾਦ ਜ਼ਿਲ੍ਹਾ ਹੈ। ਸੋ ਨੇੜੇ ਹੀ ਬੜੀ ਸੁੰਦਰ ਇੱਕ ਨਦੀ ਹੈ। ਸੋ ਉਹ ਨਦੀ ਦੇ ਕੰਢੇ ਤੇ ਜਿਹੜੇ ਅਸਥਾਨ ਸੁਸ਼ੋਭਿਤ ਹਨ, ਇਸ ਨਗਰ ਅਯੁੱਧਿਆਪੁਰੀ ਦੇ ਵਿੱਚ ਇੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ। ਨਦੀ ਦੇ ਕੰਢੇ ਤੇ ਨਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਚਰਨ ਛੋਹ ਅਸਥਾਨ ਹੈ, ਤੇ ਇੱਕ ਅਸਥਾਨ ਗੁਰੂ ਕਲਗੀਧਰ ਸਾਹਿਬ ਜੀ ਦਾ ਜਦੋਂ ਪਟਨੇ ਤੋਂ ਪੰਜਾਬ ਵੱਲ ਆਏ ਸਨ, ਉਹ ਵੀ ਸੁਸ਼ੋਭਿਤ ਹੈ। ਸਤਿਗੁਰੂ ਜੀ ਦੇ ਆਗਮਨ ਨੂੰ ਜਾਣ ਕੇ ਬਹੁਤ ਪੰਡਤ ਇਕੱਤਰ ਹੋ ਕੇ ਸਤਿਗੁਰਾਂ ਦੇ ਪਾਸ ਆਏ, ਭੇਟਾਵਾਂ ਰੱਖ ਕੇ ਮਹਾਰਾਜ ਦੇ ਕੋਲ ਬੈਠ ਗਏ। ਜਦੋਂ ਸਤਿਗੁਰਾਂ ਲਾਗੇ ਇਹਨਾਂ ਦਾ ਇਕੱਠ ਹੋਇਆ ਨਾ, ਤੇ ਗੁਰਦੇਵ ਪੁੱਛਦੇ ਨੇ, ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਇਹ ਸੁਣਿਆ ਹੈ ਕਿ ਸ੍ਰੀ ਰਾਮ ਜੀ ਜਦੋਂ ਇਹ ਅਯੁੱਧਿਆਪੁਰੀ ਤੋਂ ਜਾਂਦੇ ਨੇ ਪਰਲੋਕ ਵੱਲ, ਤੇ ਇੱਥੋਂ ਦੇ ਨਿਵਾਸੀਆਂ ਨੂੰ ਆਪਣੇ ਨਾਲ ਲੈ ਗਏ ਸਨ। ਕੋਈ ਵੀ ਇੱਥੇ ਨਹੀਂ ਸੀ ਰਹਿਣ ਦਿੱਤਾ, ਸਾਰੇ ਸੁਰਗਪੁਰੀ ਨੂੰ ਗਏ। ਫਿਰ ਨਗਰੀ ਕਿਸ ਤਰ੍ਹਾਂ ਬਣੀ ਹੈ ਬਾਅਦ ਵਿੱਚ, ਤੇ ਪੰਡਤ ਕਹਿਣ ਲੱਗੇ, ਸਤਿਗੁਰੂ ਨਗਰੀ ਨਹੀਂ ਗਈ, ਲੋਕ ਗਏ ਸਨ। ਗੁਰਦੇਵ ਕਹਿਣ ਲੱਗੇ, ਜਿਹੜੇ ਲੋਕ ਗਏ ਸਨ ਉਹ ਗਏ ਸਨ ਜਿਨ੍ਹਾਂ ਨੇ ਉਹਨਾਂ ਦੇ ਦੀਦਾਰ ਕੀਤੇ ਸਨ, ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਕਮਾਈ ਕੀਤੀ ਸੀ, ਤੇ ਕਮਾਈ ਕਰਨ ਵਾਲਾ ਹੀ ਜਿਹੜਾ ਹੈ ਉਹਦਾ ਉਧਾਰ ਹੋਇਆ ਸੀ। ਬਾਅਦ ਵਿੱਚ ਇਹ ਪੰਡਤ ਪੁੱਛਦੇ ਹਨ ਕਿ ਆਪ ਜੀ ਇਹ ਦੱਸੋ ਕਿ ਗੁਰੂ ਕਿੰਨੇ ਪ੍ਰਕਾਰ ਦੇ। ਮਹਾਰਾਜ ਜੀ ਨੇ ਦਰਸਾਇਆ ਕਿ ਇੱਕ ਪੰਡਤ ਵੀ ਕਹਿੰਦਾ ਮੈਂ ਗੁਰੂ ਹਾਂ, ਇੱਕ ਸੰਨਿਆਸੀ ਇੰਦਰੇ ਜਿੱਤਣ ਵਾਲਾ ਤਿਆਗੀ ਬੰਦਾ ਕਹਿੰਦਾ ਮੈਂ ਗੁਰੂ ਹਾਂ, ਤੇ ਤੀਜਾ ਗੁਰੂ ਮਹਾਂਪੁਰਖ ਗੁਰੂ ਹੈ। ਕਹਿਣ ਲੱਗੇ, ਮਹਾਰਾਜ ਇਹਨਾਂ ਦੇ ਲੱਛਣ ਵੀ ਦੱਸੋ। ਗੁਰਦੇਵ ਕਹਿੰਦੇ, ਪੰਡਤ ਗੁਰੂ ਉਹ ਹੈ ਜਿਹੜਾ ਪਾਰਲੇ ਕਿਨਾਰੇ ਦੀ ਗੱਲ ਤਾਂ ਕਰਦਾ ਏ, ਪਰ ਆਪ ਤਰਨਾ ਨਹੀਂ ਜਾਣਦਾ। ਨਾ ਕਦੇ ਆਪ ਤਰ ਕੇ ਨਦੀ ਨੂੰ ਪਾਰ ਕੀਤਾ, ਪਰ ਦੂਜਿਆਂ ਨੂੰ ਦੱਸਦਾ ਕਿ ਨਦੀ ਪਾਰ ਕਰ ਜਾਈਦੀ। ਆਪ ਕਮਾਈ ਤੋਂ ਸਖਣੇ ਹੋਣਾ ਤੇ ਦੂਜੇ ਨੂੰ ਉਪਦੇਸ਼ ਦੇਣਾ ਭਵ ਸਾਗਰ ਤਰਨ ਦਾ, ਇਹ ਪੰਡਤ ਗੁਰੂ ਹੈ। ਦੂਜਾ ਸੰਨਿਆਸੀ ਗੁਰੂ, ਜਿਸ ਤਰ੍ਹਾਂ ਲਸ਼ਟਕਾ ਲਾਠੀ ਆਪ ਤਰ ਜਾਂਦੀ ਪਰ ਦੂਜੇ ਨੂੰ ਨਹੀਂ ਤਾਰ ਸਕਦੀ। ਜਿਹੜੇ ਤਿਆਗੀ ਪੁਰਸ਼ ਨੇ, ਜੇ ਕਿਤੇ ਪੂਰਨ ਸੰਤ ਕੋਈ ਮਿਲ ਜਾਵੇ, ਕਮਾਈ ਕਰਕੇ ਆਪ ਤਰ ਸਕਦੇ ਨੇ, ਦੂਜੇ ਨੂੰ ਨਹੀਂ ਤਾਰ ਸਕਦੇ। ਤੀਜਾ ਹੈ ਮਹਾਂਪੁਰਖ ਗੁਰੂ। ਮਹਾਂਪੁਰਖ ਗੁਰੂ ਐਸਾ ਹੈ ਜਿਸ ਤਰ੍ਹਾਂ ਬੇੜੀ ਦੇ ਵਿੱਚ ਮਲਾਹ ਬੈਠਾ ਹੁੰਦਾ ਹੈ ਨਾ, ਤੇ ਬੇੜੀ ਦੇ ਵਿੱਚ ਕਈ ਯਾਤਰੂਆਂ ਨੂੰ ਨਦੀ ਪਾਰ ਕਰਾ ਦਿੰਦਾ ਹੈ। ਇਸ ਤਰ੍ਹਾਂ ਮਹਾਂਪੁਰਖ ਗੁਰੂ ਹੈ, ਸ਼ਬਦ ਦੇ ਜਹਾਜ਼ ਤੇ ਚੜਾ ਕਰਕੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਭਵ ਸਾਗਰ ਤੋਂ ਕਰ ਦਿੰਦੇ। ਇਹ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ। ਜਿਸ ਤਰ੍ਹਾਂ ਅਯੁੱਧਿਆ ਨਿਵਾਸੀ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਆਪ ਜੀ ਪੂਰਨ ਪੁਰਖ ਹੋ, ਸਾਨੂੰ ਵੀ ਆਪਣੇ ਸਿੱਖ ਕਰ ਲਓ ਤੇ ਆਪਣਾ ਉਪਦੇਸ਼ ਦੇਵੋ। ਜਿਸ ਤਰ੍ਹਾਂ ਮਹਾਰਾਜ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ, ਇਹਨਾਂ ਦੇ ਤਾਂ ਹੀ ਉਪਦੇਸ਼ ਦੇਣਗੇ। ਉਸ ਤੋਂ ਬਾਅਦ ਸਤਿਗੁਰੂ ਅਯੁੱਧਿਆਪੁਰੀ ਤੋਂ ਅੱਗੇ ਕਾਂਸ਼ੀ ਵੱਲ ਜਾਂਦੇ। ਜਿਸ ਤਰ੍ਹਾਂ ਅੱਗੇ ਲੜੀਵਾਰ ਕਥਾ ਆ ਰਹੀ ਆ, ਉਹ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਜੋ ਕਥਾ ਹੈ, ਇਸ ਪਾਵਨ ਨੂੰ ਅੰਮ੍ਰਿਤ ਰੂਪੀ ਕਥਾ ਨੂੰ ਕੰਨਾਂ ਨੂੰ ਡੂਨੇ ਬਣਾ ਕਰਕੇ ਇਸ ਅੰਮ੍ਰਿਤ ਨੂੰ ਪੀਣਾ ਕਰੀਏ।
ਆਪ ਸਮੁੱਚੀ ਸੰਗਤ ਦਿਓ ਅਸੀਸ। ਰਸਨਾ ਕਰੋ ਪਵਿੱਤਰ, ਪ੍ਰੇਮ ਸਤਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਹਿ ਪਦ ਪੰਕਜ ਬਿਨੈ ਬਖਾਨਾ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਸਾਰਿਆਂ ਨੇ ਮਹਾਰਾਜ ਦੇ ਚਰਨਾਂ ਨੂੰ ਫੜਿਆ ਹੈ ਤੇ ਬੇਨਤੀ ਕਰਨ ਲੱਗੇ ਹਨ। ਮੁਕਤ ਦਾਨ ਦਾ ਰੂਪ ਪਛਾਨੈ। ਕਹਿਣ ਲੱਗੇ ਅਸੀਂ ਆਪ ਜੀ ਨੂੰ ਮੁਕਤੀ ਦਾ ਦਾਤਾ ਜਾਣਿਆ। ਆਪ ਜੀ ਪਰਮੇਸ਼ਰ ਸਰੂਪ ਹੋ, ਪੂਰਨ ਪੁਰਖ ਹੋ, ਕਲਿਆਣਕਾਰੀ ਹੋ। ਭਵ ਸਾਗਰ ਮਹਿ ਹੈ ਦੁਖ ਭਾਰਾ। ਐ ਮਹਾਰਾਜ ਇਸ ਸੰਸਾਰ ਸਾਗਰ ਦੇ ਅੰਦਰ, ਸੰਸਾਰ ਰੂਪੀ ਸਮੁੰਦਰ ਦੇ ਅੰਦਰ ਬਹੁਤ ਦੁੱਖ ਹਨ। ਜੀ ਕਰੁਣਾ ਕਰ ਕਰੋ ਉਧਾਰਾ। ਆਪ ਜੀ ਕਿਰਪਾ ਕਰੋ, ਆਪਣਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡਾ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇ। ਅਸੀਂ ਇਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਈਏ। ਇਹ ਸੰਸਾਰ ਵਿੱਚ ਬਹੁਤ ਭਾਰੀ ਦੁੱਖ ਨੇ ਤੇ ਸਭ ਤੋਂ ਵੱਡਾ ਦੁੱਖ ਹੀ ਜਨਮ ਮਰਨ ਦਾ ਹੈ। ਆਪ ਕਿਰਪਾ ਕਰਕੇ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਵੇ। ਦੋਹਰਾ ਸਿੱਖ ਆਪਣੇ ਕੀਜੀਏ। ਐ ਮਹਾਂਪੁਰਖੋ ਸਾਨੂੰ ਆਪਣੇ ਸਿੱਖ ਕਰ ਲਓ। ਸੁਭ ਉਪਦੇਸ਼ ਦ੍ਰਿੜਾਈ। ਆਪਣਾ ਸ਼ੁਭ ਉਪਦੇਸ਼ ਜੋ ਸਾਡਾ ਕਲਿਆਣ ਕਰਨ ਵਾਲਾ ਹੈ, ਸਾਡੇ ਉਧਾਰ ਕਰਨ ਵਾਲਾ ਹੈ, ਆਪ ਕਿਰਪਾ ਕਰਕੇ ਆਪਣਾ ਉਪਦੇਸ਼ ਦੇਵੋ, ਦ੍ਰਿੜ ਕਰਵਾਵੋ। ਜਸ ਤੁਮਰਾ ਸ਼ਰਵਣਨ ਸੁਣਿਓ। ਕਿਉਂਕਿ ਜਦ ਆਪਾਂ ਪੰਜਾਂ ਪਿਆਰਿਆਂ ਪਾਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤੇ ਉਹ ਸਿੱਖੀ ਦੀ ਰਹਿਤ ਨੂੰ ਦ੍ਰਿੜ ਕਰਵਾਉਂਦੇ ਹਾਂ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਕੋਲ ਜਿਹੜੇ ਬੇਨਤੀ ਕਰਦੇ ਸਨ, ਮਹਾਰਾਜ ਸਾਨੂੰ ਆਪਣੇ ਸਿੱਖ ਕਰ ਲਓ, ਤੇ ਸਤਿਗੁਰੂ ਉਹਨਾਂ ਨੂੰ ਉਪਦੇਸ਼ ਦ੍ਰਿੜ ਕਰਵਾਉਂਦੇ ਸਨ ਕਿ ਉਪਦੇਸ਼ ਦ੍ਰਿੜ ਕਰੋ। ਚਰਨ ਪੌਲ ਦੇ ਕੇ ਉਹਨਾਂ ਨੂੰ ਸਿੱਖ ਕਰਦੇ ਸਨ, ਜਿਨ੍ਹਾਂ ਉੱਤੇ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ। ਇੱਕ ਕਵੀ ਦੇ ਬੜੇ ਸੁੰਦਰ ਬੋਲ ਹਨ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਆਪਣੇ ਸਿੱਖ ਕਰ ਲਓ, ਆਪਣਾ ਉਪਦੇਸ਼ ਦ੍ਰਿੜ ਕਰਵਾਵੋ। ਦਰਸ ਦਿਓ ਅਬਿਆਏ। ਆਪ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਉਧਾਰ ਵਾਸਤੇ, ਸਾਡੀ ਕਲਿਆਣ ਵਾਸਤੇ ਆਪ ਜੀ ਨੇ ਦਰਸ਼ਨ ਦਿੱਤੇ ਹਨ ਆ ਕੇ। ਚਾਉ ਪਈ ਤਿਨ ਕੀ ਦੇਖ ਦੀਨਤਾ ਦਿਆਲਾ। ਦਇਆ ਦੇ ਘਰ ਸਤਿਗੁਰੂ ਜੀ ਨੇ ਇਹਨਾਂ ਦੇ ਮਨ ਦੀ ਦੀਨਤਾ ਦੇਖੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਮਰਤਾ ਦੇ ਨਾਲ ਬੇਨਤੀ ਕਰ ਰਹੇ ਹਨ। ਜੇਤ ਭਏ ਉਪਦੇਸ਼ ਰਸਾਲਾ। ਬਹੁਤ ਰਸਦਾਇਕ ਸੁੰਦਰ ਉਪਦੇਸ਼ ਸਤਿਗੁਰੂ ਇਹਨਾਂ ਨੂੰ ਦੇਣ ਲੱਗੇ। ਜਗਤ ਜਾਣੀਏ ਹਿਰਦੇ ਅਨਿਤਾ। ਗੁਰਦੇਵ ਕਹਿੰਦੇ ਹਨ ਕਿ ਜੇ ਚਾਹੁੰਦੇ ਹੋ ਪਾਰ ਉਤਾਰਾ ਹੋ ਜਾਵੇ ਤੇ ਸਭ ਤੋਂ ਪਹਿਲਾ ਉਪਦੇਸ਼ ਹੀ ਸਤਿਗੁਰਾਂ ਨੇ ਅਯੁੱਧਿਆ ਨਿਵਾਸੀਆਂ ਨੂੰ ਇਹ ਦਿੱਤਾ ਸੀ ਕਿ ਜਿਹੜਾ ਸੰਸਾਰ ਹੈ ਜਗਤ ਜਾਣੀਏ ਹਿਰਦੇ ਅਨਿਤਾ। ਨਿੱਤਾ ਹੁੰਦਾ ਹੈ ਨਿਤ ਰਹਿਣ ਵਾਲਾ, ਸਦਾ ਰਹਿਣ ਵਾਲਾ। ਐੜਾ ਗੇਤਰ ਲੱਗਾ ਹੋਣ ਕਰਕੇ ਅਰਥ ਹੈ ਅਨਿਤਾ, ਜਿਹੜਾ ਨਹੀਂ ਰਹਿਣ ਵਾਲਾ, ਨਾਸਵੰਤ ਹੈ। ਸਭ ਤੋਂ ਪਹਿਲਾਂ ਇਹ ਮਨ ਵਿੱਚ ਆਪਣੀ ਗੱਲ ਦ੍ਰਿੜ ਕਰ ਲਓ ਕਿ ਜਿਹੜਾ ਜਗਤ ਹੈ ਨਾ, ਇਹ ਅਨਿਤਾ ਨਾਸਵੰਤ ਹੈ। ਮਨ ਦੁਖੀ ਤਾਂ ਹੁੰਦਾ ਹੈ ਕਿ ਜਦੋਂ ਆਪਾਂ ਪਦਾਰਥਾਂ ਨੂੰ ਸੱਚ ਜਾਣ ਕੇ ਉਹਨੂੰ ਫੜਨ ਦਾ ਯਤਨ ਕਰਦੇ ਹਾਂ, ਹੱਥ ਵਿੱਚ ਨਹੀਂ ਆਉਂਦੇ ਤੇ ਫਿਰ ਬਾਅਦ ਵਿੱਚ ਹਿਰਦਾ ਦੁਖੀ ਹੁੰਦਾ ਹੈ। ਪਰ ਜਦੋਂ ਇਹ ਮਨ ਗੱਲ ਦ੍ਰਿੜ ਕਰ ਲਏ ਕਿ ਸੰਸਾਰ ਹੈ ਹੀ ਨਾਸਵੰਤ, ਜੋ ਕੁਝ ਆਇਆ ਹੈ ਇਹ ਭਾਗਾਂ ਅਨੁਸਾਰ ਮਾਲਕ ਨੇ ਦਿੱਤਾ ਹੈ, ਜੋ ਨਹੀਂ ਆਇਆ ਸਾਡੇ ਭਾਗਾਂ 'ਚ ਨਹੀਂ ਸੀ। ਬਾਕੀ ਹਰੇਕ ਵਸਤੂ ਹੈ ਤਾਂ ਨਾਸਵੰਤ ਹੀ ਹੈ, ਇਸ ਕਰਕੇ ਜਗਤ ਨੂੰ ਅਨਿਤਾ ਨਾਸਵੰਤ ਜਾਣੋ। ਸਤਿਨਾਮ ਸਿਮਰੋ ਨਿਤ ਚਿੱਤਾ। ਸਤਿਨਾਮ ਸਿਮਰੋ ਨਿਤ ਚਿੱਤਾ, ਤੇ ਪ੍ਰਭੂ ਦਾ ਨਾਮ ਨਿਤ ਚਿੱਤ ਦੇ ਵਿੱਚ ਜਿਹੜਾ ਉਹ ਦ੍ਰਿੜ ਕਰੋ। ਹੁਣ ਦੋ ਗੱਲਾਂ ਆਪਾਂ ਉਲਟੀ ਕਰਦੇ ਆ ਨਾ, ਮੌਤ ਨੂੰ ਭੁਲਾ ਦਿੱਤਾ ਤੇ ਨਾਮ ਨੂੰ ਵੀ ਭੁਲਾ ਦਿੱਤਾ। ਪਰ ਗੁਰਦੇਵ ਕਹਿੰਦੇ ਪਹਿਲਾਂ ਇਹ ਦੋ ਗੱਲਾਂ ਦ੍ਰਿੜ ਕਰੋ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਭੁੱਲਿਆ ਕੀ ਹੈ? ਚਾਰ ਗੱਲਾਂ ਯਾਦ ਨੇ, ਖਾਣਾ ਪੀਣਾ ਹੱਸਣਾ ਸੌਣਾ। ਇਹ ਯਾਦ ਕਰਾਉਣ ਦੀ ਲੋੜ ਨਹੀਂ ਪੈਂਦੀ। ਉੱਠਦੇ ਸਾਰੀ ਤਾਂ ਕਹਿੰਦੇ ਆ ਕਿ ਚਾਹ ਲਿਆਓ, ਕੁਝ ਖਾਣ ਨੂੰ ਲਿਆਓ। ਨੀਂਦ ਆ ਗਈ ਹੈ, ਸੌਣ ਲੱਗੇ ਆ, ਗੱਲ ਸੁਣ ਕੇ ਖਿੜਖੜਾ ਕੇ ਹੱਸ ਪਏ। ਇਸੇ ਤਰ੍ਹਾਂ ਪੀਣ ਦਾ ਵੀ ਕਿਸੇ ਨੂੰ ਚੇਤਾ ਨਹੀਂ ਭੁੱਲਦਾ। ਕੋਈ ਤਾਂ ਪਾਣੀ ਪੀ ਕੇ ਸਾਰ ਲੈਂਦਾ, ਕਈ ਨਖਿੱਧ ਵਸਤੂਆਂ ਪੀਂਦੇ ਨੇ। ਪਰ ਦੋ ਚੀਜ਼ਾਂ ਭੁੱਲ ਗਈਆਂ, ਖਸਮ ਵਿਸਾਰ ਤੇ ਇੱਕ ਮੌਤ ਭੁੱਲ ਗਈ। ਤੇ ਜੇ ਮੌਤ ਦੀ ਗੱਲ ਕਿਸੇ ਨੂੰ ਯਾਦ ਕਰਾਈ ਜਾਵੇ ਤੇ ਹੋ ਸਕਦਾ ਕਿ ਅਗਲਾ ਲੜਨ ਨੂੰ ਪਵੇ ਕਿ ਮੌਤ ਦੀ ਗੱਲ ਕੀਤੀ ਕਿਉਂ ਹੈ। ਪਰ ਸਤਿਗੁਰੂ ਕਹਿੰਦੇ ਪ੍ਰਭੂ ਦੀ ਯਾਦ ਹੀ ਉਦੋਂ ਚਿੱਤ ਵਿੱਚ ਵਸਦੀ ਹੈ
ਜਦੋਂ ਮੌਤ ਚੇਤੇ ਹੋਵੇ। ਮੌਤ ਨੂੰ ਭੁਲਾ ਦਿੱਤਾ, ਰੱਬ ਦਾ ਨਾਮ ਵੀ ਭੁਲਾ ਦਿੱਤਾ। ਗੁਰਦੇਵ ਕਹਿੰਦੇ ਪਹਿਲਾ ਉਪਦੇਸ਼ ਦ੍ਰਿੜ ਕਰੋ ਕਿ ਸੰਸਾਰ ਨਾਸਵੰਤ ਹੈ, ਇੱਥੇ ਥਿਰ ਕਿਸੇ ਨੇ ਨਹੀਂ ਰਹਿਣਾ। ਤੇ ਦੂਜਾ ਉਪਦੇਸ਼ ਗੁਰਦੇਵ ਨੇ ਦਿੱਤਾ ਹੈ ਕਿ ਚਿੱਤ ਦੇ ਵਿੱਚ ਆਪਣੇ ਚਿੱਤ ਨੂੰ ਟਿਕਾ ਕੇ, ਮਨ ਨੂੰ ਟਿਕਾ ਕੇ ਪ੍ਰਭੂ ਦਾ ਨਾਮ ਜਪੋ। ਮਨ ਰੋਕਨ ਕੋ ਕਰ ਅਭਿਆਸਾ। ਫਿਰ ਨਾਮ ਜਪਦਿਆਂ ਜਪਦਿਆਂ ਅਭਿਆਸ ਕਰੋ ਕਿ ਮਨ ਜਿਹੜਾ ਇਹ ਰੁਕ ਜਾਵੇ। ਹਲੇ ਤਾਂ ਮਨ ਚੰਚਲ ਹੈ ਨਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਹਲੇ ਤਾਂ ਮਨ ਟਿਕਦਾ ਨਹੀਂ, ਬੜਾ ਯਤਨ ਕਰੀਦਾ ਹੈ, ਪਰ ਮਨ ਉੱਡਣ ਪੰਖੇਰੂ ਹੈ। ਮਨ ਦੀ ਤਾਂ ਚਾਲ ਗਤੀ ਇੰਨੀ ਤੇਜ਼ ਹੈ, ਕਹਿੰਦੇ ਕਿ ਜਿਹੜੀ ਬਿਜਲੀ ਹੈ ਜਿਸ ਤਰ੍ਹਾਂ ਚੰਚਲ ਹੈ, ਕਛੂ ਕੁੰਮੇ ਦਾ ਸਿਰ ਚੰਚਲ ਹੈ, ਨਿਸ਼ਾਨ ਸਾਹਿਬ ਦਾ ਉੱਪਰਲਾ ਫਰਲਾ ਉਹ ਵੀ ਹਿਲਦਾ ਰਹਿੰਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਵੀ ਕਦੇ ਥਿਰ ਨਹੀਂ ਹੁੰਦਾ। ਇਹ ਤਾਂ ਬਸ ਆਉਂਦਾ ਹੈ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਤੇ ਪੂਰਨ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਸੰਗਤ ਕਰਦੇ ਹਨ, ਗੁਰੂ ਦੀ ਬੈਠ ਕੇ ਕਥਾ ਕੀਰਤਨ ਸੁਣਦੇ ਨੇ, ਵਿਚਾਰ ਨੂੰ ਸੁਣਦੇ, ਫਿਰ ਅਭਿਆਸ ਕਰਦੇ ਹਨ ਕਿ ਮਨ ਰੁਕ ਜਾਵੇ। ਗੁਰਦੇਵ ਕਹਿੰਦੇ ਨਾਮ ਜਪੋ ਪ੍ਰਭੂ ਦਾ। ਸਭ ਤੋਂ ਪਹਿਲਾਂ ਸੰਸਾਰ ਨੂੰ ਨਾਸਵੰਤ ਜਾਣੋ, ਪ੍ਰਭੂ ਦਾ ਨਾਮ ਜਪੋ ਤੇ ਆਪਣੇ ਮਨ ਨੂੰ ਰੋਕਣ ਦਾ ਯਤਨ ਕਰੋ। ਅਭਿਆਸ ਕਰੋ ਕਿ ਮਨ ਜਿਹੜਾ ਹੈ ਇਹ ਚੰਚਲ ਹੈ, ਪਾਰੇ ਦੀ ਨਿਆਈ ਜਿਸ ਤਰ੍ਹਾਂ ਪਾਰਾ ਹੱਥ ਤੇ ਰੱਖੀਏ ਤੇ ਉਹਨੂੰ ਫੜਨ ਦਾ ਯਤਨ ਕਰੀਏ, ਦਬਾਉਣ ਦਾ ਯਤਨ ਕਰੀਏ ਤੇ ਉਹ ਦਬਾਇਆ ਨਹੀਂ ਜਾਂਦਾ, ਬਾਰ-ਬਾਰ ਹੱਥੋਂ ਨਿਕਲਦਾ ਹੈ। ਇਸੇ ਤਰ੍ਹਾਂ ਮਨ ਜਿਹੜਾ ਉਹ ਬਹੁਤ ਚੰਚਲ ਹੈ, ਪਰ ਇਹ ਤਾਂ ਵਸ ਵਿੱਚ ਆ ਸਕਦਾ ਜੇ ਗੁਰੂ ਦੀ ਕਿਰਪਾ ਹੋਵੇ। ਸ਼ਬਦ ਦੇ ਅਭਿਆਸ ਦੇ ਨਾਲ ਹੀ ਮਨ ਟਿਕਦਾ ਏ। ਨਹੀਂ ਤਾਂ ਆਪਾਂ ਦੇਖਦੇ ਹੀ ਹਾਂ ਕਿ ਮਨ ਚੰਚਲ ਹੋਣ ਕਰਕੇ ਸਰੀਰ ਵੀ ਕਿੰਨਾ ਚੰਚਲ ਹੋ ਜਾਂਦਾ ਏ, ਕਦੇ ਇੱਧਰ ਤੇ ਕਦੇ ਉੱਧਰ, ਸ਼ਾਮ ਤੱਕ ਬੰਦੇ ਨੂੰ ਸ਼ਾਂਤੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਇਸ ਕਰਕੇ ਮਨ ਨੂੰ ਰੋਕਣ ਦਾ ਯਤਨ ਕਰੋ, ਇਹ ਅਭਿਆਸ ਕਰੋ ਸ਼ਬਦ ਦੀ ਕਮਾਈ ਦੇ ਨਾਲ। ਹੋਇਆ ਤੁਮਕੋ ਪ੍ਰਾਪਤ ਸੁਖ ਰਾਸਾ। ਫਿਰ ਸਤਿਗੁਰੂ ਕਹਿੰਦੇ ਕਿ ਤੁਹਾਨੂੰ ਅਥਾਹ ਸੁਖ ਪ੍ਰਾਪਤ ਹੋਵੇਗਾ। ਹਲੇ ਸੁਖ ਕਿਉਂ ਨਹੀਂ ਮਿਲ ਰਿਹਾ? ਧਨ ਵੀ ਕੋਲ ਖਾਸਾ ਹੈ, ਘਰ ਵਿੱਚ ਚੰਗੇ ਤੋਂ ਚੰਗੇ ਪਦਾਰਥ ਨੇ, ਪਹਿਲਿਆਂ ਨਾਲੋਂ ਸਹੂਲਤਾਂ ਵੀ ਸਾਡੇ ਕੋਲ ਵੱਧ ਨੇ, ਪਰ ਹੁਣ ਸਾਡੇ ਕੋਲ ਸੁੱਖ ਨਹੀਂ। ਉਹਦਾ ਕਾਰਨ ਇਹੋ ਹੈ ਕਿ ਪਹਿਲਾਂ ਜਿਹੜਾ ਗੁਰਸਿੱਖ ਸੀ ਉੱਠਦੇ ਸਾਰ ਹੀ ਮਾਲਕ ਦੇ ਸ਼ੁਕਰ ਦੇ ਵਿੱਚ ਜੁੜ ਜਾਂਦਾ ਸੀ। ਆ ਪੁਰਾਣੇ ਸਮਿਆਂ ਦੇ ਵਿੱਚ ਦੇਖੀਏ ਤਾਂ ਜਿਹੜੇ ਬਜ਼ੁਰਗ ਸਨ ਉੱਠਦੇ ਸਾਰ ਉਹ ਅੰਮ੍ਰਿਤ ਵੇਲੇ ਉਹਨਾਂ ਨੇ ਗੁਰੂ ਗੁਰੂ ਜਪਣਾ, ਇਸ਼ਨਾਨ ਪਾਨ ਕਰਨਾ, ਨਿਤਨੇਮ ਕਰਨਾ। ਫਿਰ ਕਈ ਤਾਂ ਐਸੇ ਕਮਾਈ ਵਾਲੇ ਸਨ ਕਿ 5 ਗ੍ਰੰਥੀ ਦਾ ਨਿਤਨੇਮ ਵੀ ਉਹ ਨਾਲ ਕਰਦੇ ਸਨ। ਤੇ ਫਿਰ ਕਿਰਤ ਵਿਰਤ ਕਰਨੀ ਤੇ ਮਨ ਜਿਹੜਾ ਉਹ ਕਰਤਾਰ ਦੀ ਯਾਦ ਦੇ ਵਿੱਚ ਜੋੜੀ ਰੱਖਣਾ। ਪਰ ਹੁਣ ਉੱਠਦੇ ਸਾਰ ਹੀ ਫੜ ਲਓ ਪਈ ਹੈ ਕਿ ਦੌੜੋ ਇੱਧਰ ਭੱਜੋ। ਮਨ ਨੂੰ ਰੋਕਣ ਦਾ ਕਦੇ ਯਤਨ ਕੀਤਾ ਨਹੀਂ। ਤੇ ਗੁਰਦੇਵ ਕਹਿੰਦੇ ਸੁੱਖ ਦੀ ਪ੍ਰਾਪਤੀ ਹੋਵੇ ਕਿੱਥੋਂ? ਹੁਣ ਤਾਂ ਬਸ ਦੌੜ ਲੱਗੀ ਹੈ ਮਾਇਆ ਦੀ। ਪਰ ਗੁਰਦੇਵ ਕਹਿੰਦੇ ਮਨ ਨੂੰ ਰੋਕਣ ਦਾ ਯਤਨ ਕਰੋ। ਜਦੋਂ ਮਨ ਰੁਕੇਗਾ ਨਾ ਫਿਰ ਤੁਹਾਨੂੰ ਅਥਾਹ ਸੁਖ ਪ੍ਰਾਪਤ ਹੋਵੇਗਾ। ਜਬ ਹੀ ਜਗਤ ਅਸਤ ਪਛਾਨੋ। ਜਦੋਂ ਇਹ ਸੰਸਾਰ ਨੂੰ ਨਾਸਵੰਤ ਜਾਣੋਗੇ। ਮਨ ਸੰਕਲਪ ਸੁਖੈ ਨੰਹਾਨੋ। ਫਿਰ ਮਨ ਦੇ ਸੰਕਲਪ ਜਿਹੜੇ ਮਨ ਦੇ ਫੁਰਨੇ ਨੇ ਨਾ ਉਹ ਸੁਖੈਨ ਹੀ ਖਤਮ ਹੋ ਜਾਣਗੇ। ਹਲੇ ਦੌੜ ਇਸੇ ਗੱਲ ਦੀ ਹੈ ਕਿ ਮੈਂ ਭੱਜ ਕੇ ਇੱਧਰ ਜਾਵਾਂ, ਆਹ ਕਰ ਲਾਂ, ਉਹ ਕਰ ਲਾਂ। ਬਾਬਾ ਫਰੀਦ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ। ਆਸਾਂ ਦੀ ਪੰਡ ਲੈ ਕੇ ਆਇਆ, ਬਚਪਨ ਤੋਂ ਹੀ ਆਸਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਬੁਢਾਪੇ ਤੱਕ ਕੰਮ ਮੁੱਕਦੇ ਹੀ ਨਹੀਂ। ਪਰ ਜੇ ਸੰਸਾਰ ਨੂੰ ਨਾਸਵੰਤ ਜਾਣੋਗੇ, ਇਹ ਗੁਰਦੇਵ ਨੇ ਹੱਲ ਵੀ ਦੱਸ ਦਿੱਤਾ ਨਾ ਕਿ ਮਨ ਦੇ ਸੰਕਲਪ ਕਿਸ ਤਰ੍ਹਾਂ, ਫੁਰਨੇ ਕਿਸ ਤਰ੍ਹਾਂ ਰੁਕ ਸਕਦੇ ਨੇ। ਮਨ ਦੇ ਫੁਰਨੇ ਰੁਕ ਗਏ ਤੇ ਮਨ ਟਿਕ ਗਿਆ। ਮਨ ਟਿਕ ਗਿਆ ਤੇ ਫਿਰ ਅਥਾਹ ਸੁਖ ਪ੍ਰਾਪਤ ਹੋਵੇਗਾ। ਮਹਾਰਾਜ ਕਹਿੰਦੇ ਨੇ ਪਹਿਲਾਂ ਸੰਸਾਰ ਨੂੰ ਨਾਸਵੰਤ ਜਾਣੋ ਕਿ ਸੰਸਾਰ ਨਾਸ਼ ਹੋਣ ਵਾਲਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਾਧੂ ਰਚਨਾ ਰਾਮ ਬਨਾਈ, ਇੱਕ ਬਿਨਸਾ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨੇਤਰਾਂ ਦੇ ਸਾਹਮਣੇ ਇੰਨੇ ਤੁਰ ਗਏ, ਇੰਨੇ ਤੁਰੇ ਜਾ ਰਹੇ ਹਨ, ਪਰ ਹਲੇ ਵੀ ਬੰਦਾ ਕਹਿੰਦਾ ਕਿ ਮੈਂ ਬਸ ਹੁਣੇ ਗਿਆ ਤੇ ਹੁਣੇ ਆਇਆ। ਸੰਸਾਰ ਨੂੰ ਨਾਸਵੰਤ ਜਾਣੋਗੇ, ਸੰਕਲਪ ਵਿਕਲਪ ਮਨ ਦੇ ਫੁਰਨੇ ਰੁਕ ਜਾਣਗੇ। ਇਸ ਪ੍ਰਕਾਰ ਕੋ ਦੇ ਉਪਦੇਸ਼ਾ। ਇਹ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਯੋਧਿਆਪੁਰੀ ਦੇ ਵਿੱਚ ਜਿਹੜੇ ਪੰਡਿਤ ਸਨ, ਜਿਹੜੇ ਉੱਥੇ ਜਗਿਆਸੂ ਸਨ, ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਸੀ, ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਇਹ ਮਹਾਰਾਜ ਜੀ ਨੇ ਉਪਦੇਸ਼ ਦ੍ਰਿੜ ਕਰਵਾਇਆ ਹੈ। ਆਗੇ ਗਮਨ ਕੀਨ ਜਗਤੇਸ਼ਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ
ਇਥੋਂ ਅੱਗੇ ਚੱਲੇ ਹਨ। ਕਾਂਸ਼ੀ ਵਿਖੇ ਜਾਏ ਕੀਏ ਡੇਰਾ। ਤੇ ਇਸ ਤੋਂ ਅੱਗੇ ਜਿਹੜਾ ਯੂਪੀ ਦੇ ਵਿੱਚ ਬਨਾਰਸ ਦੇ ਨੇੜੇ ਜਿਹੜਾ ਨਗਰ ਹੈ ਕਾਂਸ਼ੀ, ਇਹ ਕਾਂਸ਼ੀਪੁਰੀ ਜਿਹੜੀ ਸਨਾਤਨ ਮਤ ਦੀ ਵਿਦਿਆ ਦੀ ਟਕਸਾਲ ਮੰਨੀ ਗਈ ਹੈ ਤੇ ਸ਼ਿਵ ਜੀ ਦੀ ਸ਼ਿਵਪੁਰੀ ਜਿਹੜੀ ਇਹ ਇਹਨਾਂ ਦੀ ਨਗਰੀ ਸੀ ਤੇ ਵਿਦਵਾਨ ਬਹੁਤ ਜਨ ਇੱਥੇ ਰਹਿੰਦੇ ਸਨ। ਪਰ ਇਹਨਾਂ ਦੇ ਤਾਈਂ ਵੀ ਉਪਦੇਸ਼ ਦ੍ਰਿੜ ਕਰਵਾਉਣ ਵਾਸਤੇ ਸਤਿਗੁਰੂ ਮਹਾਰਾਜ ਜੇ ਇਹ ਉਦਾਸੀ ਆਰੰਭ ਕੀਤੀ ਹੈ, ਹਿੰਦੂ ਧਰਮ ਦੇ ਜਿਹੜੇ ਤੀਰਥ ਸਥਾਨ ਨੇ, ਸਤਿਗੁਰੂ ਉਧਰ ਨੂੰ ਗਏ ਨੇ, ਨਨਕਾਣੇ ਤੋਂ ਚੱਲੇ ਹਨ ਤੇ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸਾਰੇ ਤੀਰਥਾਂ ਤੋਂ ਹੁੰਦਿਆਂ ਹੋਇਆਂ ਇਹਨਾਂ ਦੇ ਅੰਦਰ ਪ੍ਰੇਮਾ ਭਗਤੀ ਦੀ ਜਾਗ ਲਾਉਂਦਿਆਂ ਸਤਿਗੁਰੂ ਕਾਂਸ਼ੀ ਦੇ ਵਿੱਚ ਪਹੁੰਚ ਗਏ ਹਨ। ਤਟ ਸੁਰਸਰ ਜਹ ਸੁੰਦਰ ਹੀਰਾ। ਤੇ ਕਾਂਸ਼ੀ ਦੇ ਵਿੱਚ ਜਿਹੜੀ ਨਦੀ ਹੈ ਗੰਗਾ, ਇਹ ਨਦੀ ਦੇ ਕੰਢੇ ਤੇ ਸਤਿਗੁਰੂ ਜੀ ਨੇ ਡੇਰਾ ਕੀਤਾ ਏ। ਅਤਸ਼ੈ ਉਜਲ ਨੀਰ ਤਰੰਗਾ। ਜਿਸ ਗੰਗਾ ਦਾ ਜਲ ਪਾਣੀ ਜਿਹੜਾ ਸੀ ਉਹ ਬਹੁਤ ਉਜਲ ਸੀ, ਬਹੁਤ ਸੋਹਣੀਆਂ ਪਾਣੀ ਦੀਆਂ ਤਰੰਗਾਂ ਜਿਹੜੀਆਂ ਉਛਲ ਰਹੀਆਂ ਸਨ। ਸਤਨਾਮ ਕੋ ਜਸ ਜਨ ਚੰਗਾ। ਮਾਨੋ ਕਿ ਇਹਨਾਂ ਨੂੰ ਪ੍ਰਭੂ ਦੇ ਨਾਮ ਦਾ ਜਸ ਬਹੁਤ ਚੰਗਾ ਲੱਗਦਾ ਹੈ ਤੇ ਜਾਣ ਗਈ ਗੰਗਾ ਕਿ ਸਤਿਗੁਰੂ ਜੀ ਹੁਣ ਮੇਰੇ ਉਧਾਰ ਵਾਸਤੇ ਵੀ ਇੱਥੇ ਆਏ ਨੇ ਕਿ ਬਹੁਤ ਲੋਕ ਪਾਪ ਕਰਦੇ ਨੇ ਤੇ ਇੱਥੇ ਧੋਣ ਵਾਸਤੇ ਪਹੁੰਚ ਜਾਂਦੇ ਨੇ, ਪਰ ਸਤਿਗੁਰੂ ਜੀ ਹੁਣ ਨਾਮ ਦਾ ਜਿਹੜਾ ਅਭਿਆਸ ਕਰਾਉਣ ਦੇ ਲਈ, ਪ੍ਰਭੂ ਦਾ ਜਸ ਕਰਾਉਣ ਦੇ ਲਈ ਇੱਥੇ ਆਏ। ਮਾਨੋ ਕਿ ਗੰਗਾ ਨੂੰ ਬਹੁਤ ਚੰਗਾ ਲੱਗਾ ਹੋਵੇ ਤੇ ਇਹਦੀਆਂ ਜਿਹੜੀਆਂ ਪਾਣੀ ਦੀਆਂ ਤਰੰਗਾਂ ਨੇ ਉਹ ਉਛਲ ਕੇ ਪੈ ਰਹੀਆਂ ਹੋਣ ਖੁਸ਼ੀ ਵਿੱਚ। ਉਤੇ ਤਹਾਂ ਜੇ ਪੰਡਿਤ ਭਾਰੀ। ਕਾਂਸ਼ੀ ਦੇ ਵਿੱਚ ਬਹੁਤ ਪੰਡਿਤ ਸਨ ਕਿਉਂਕਿ ਇਹ ਤਾਂ ਪਾਂਡਿਆਂ ਦਾ ਇੱਥੇ ਗੜ੍ਹ ਹੈ, ਇੱਥੇ ਤਾਂ ਇਹਨਾਂ ਦੀ ਵਿਦਿਆ ਦੀ ਟਕਸਾਲ ਸੀ, ਬਹੁਤ ਪੰਡਤਾਂ ਦਾ ਇੱਥੇ ਇਕੱਠ ਸੀ। ਸੁਣ ਕਰ ਸੁਧ ਤ੍ਰਿਣ ਸਰੋਣ ਮਝਾਰੀ। ਜਦੋਂ ਕਾਂਸ਼ੀ ਦੇ ਪੰਡਤਾਂ ਨੇ ਕੰਨਾਂ ਵਿੱਚ ਸੁਣਿਆ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦਾ ਉਧਾਰ ਕਰ ਰਹੇ ਹਨ, ਨਵਾਂ ਖੰਡਾਂ ਦੀ ਸੈਰ ਕਰਦੇ ਨੇ, ਇੱਥੇ ਕਾਂਸ਼ੀ ਨਗਰੀ ਵਿੱਚ ਪਹੁੰਚੇ ਹਨ। ਮਿਲ ਕਰ ਸਭ ਹੀ ਆਪਸ ਮਾਹੀ। ਤੇ ਸਾਰੇ ਪਾਂਡੇ ਮਿਲ ਕੇ ਆਪਸ ਦੇ ਵਿੱਚ ਆਵਨ ਭੇ ਤਿਆਰ ਹਰ ਖਾਹੀ। ਬੜੇ ਪ੍ਰਸੰਨ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਏ ਨੇ। ਪੂਰਨ ਸੰਤ ਸੁਣਤ ਥੇ ਜਾਕੋ। ਆ ਕੇ ਬੇਨਤੀ ਕਰਦੇ ਨੇ ਕਿ ਪੂਰਨ ਸੰਤ ਸੁਨਤ ਥੇ ਜਾਕੋ, ਜਿਨ੍ਹਾਂ ਬਾਰੇ ਸੁਣਿਆ ਸੀ ਕਿ ਕਲਯੁਗ ਵਿੱਚ ਅਵਤਾਰ ਧਾਰਿਆ ਤੇ ਪੂਰਨ ਸੰਤ ਪੂਰਨ ਮਹਾਪੁਰਖ ਹਨ। ਦਰਸ਼ਨ ਕਰਹਿ ਚਲਾਓ ਅਬ ਤਾਕੋ। ਤੇ ਇਹ ਸਾਰਿਆਂ ਨੂੰ ਕਹਿ ਕੇ ਲਿਆਏ ਨੇ ਕਿ ਚਲੋ ਪੂਰਨ ਸੰਤ ਦੇ ਚੱਲ ਕੇ ਦਰਸ਼ਨ ਕਰੀਏ। ਨਰ ਬ੍ਰਿੰਦਨ ਸੋ ਪੰਡਿਤ ਆਏ। ਬਹੁਤ ਮਨੁੱਖ ਇਕੱਠੇ ਹੋ ਕੇ, ਬਹੁਤ ਪੰਡਤ ਇਕੱਤਰ ਹੋ ਕੇ ਸਤਿਗੁਰਾਂ ਦੇ ਕੋਲ ਆਏ ਨੇ। ਸਿਰ ਗੁਰੇ ਆਗੇ ਸੀਸ ਨਿਵਾਏ। ਸਾਰਿਆਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਨਵਾਇਆ ਹੈ। ਧਾਰੇ ਉਰ ਸ਼ਰਧਾ ਕੋ ਟਿਕ ਬੈਸੀ। ਮਨ ਦੇ ਵਿੱਚ, ਹਿਰਦੇ ਵਿੱਚ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਕੋਲ ਬੈਠ ਗਏ। ਪ੍ਰਸ਼ਨ ਕੀਨ ਮਿਲ ਕੈ ਤਬ ਆਸੀ। ਇਹਨਾਂ ਸਾਰਿਆਂ ਨੇ ਮਿਲ ਕੇ, ਪੰਡਤਾਂ ਨੇ ਮਿਲ ਕੇ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਕੀਤਾ ਹੈ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ। ਕਹਿਣ ਲੱਗੇ ਸਤਿਗੁਰੂ ਸਾਨੂੰ ਇਹ ਉਪਦੇਸ਼ ਦਿਓ ਆਪ ਜੀ, ਅਸੀਂ 4 ਵੇਦ ਵੀ ਪੜ੍ਹਦੇ ਹਾਂ, 6 ਸ਼ਾਸਤਰ ਵੀ ਪੜ੍ਹਦੇ ਹਾਂ, 27 ਸਿਮਰਤੀਆਂ ਵੀ ਪੜ੍ਹਦੇ ਹਾਂ, ਨਿਤਾ ਪ੍ਰਤੀ ਆਪਾਂ ਵਿਦਿਆ ਪੜ੍ਹਨ ਦਾ ਅਭਿਆਸ ਬਹੁਤ ਕਰਦੇ ਹਾਂ ਕਿਉਂਕਿ ਜਿਹੜੀ ਕਾਂਸ਼ੀ ਨਗਰੀ ਹੈ ਇੱਥੇ ਤਾਂ ਵਿਦਵਾਨ ਪੰਡਤ ਜਨ ਰਹਿੰਦੇ ਨੇ ਤੇ ਆਉਣ ਵਾਲਿਆਂ ਨੂੰ ਵੀ ਇੱਥੇ ਵਿਦਿਆ ਪੜ੍ਹਾਈ ਜਾਂਦੀ ਹੈ। ਕਹਿਣ ਲੱਗੇ ਮਹਾਰਾਜ ਅਸੀਂ ਵੇਦ ਸ਼ਾਸਤਰ ਸਿਮਰਤੀਆਂ ਪੜ੍ਹਦੇ ਹਾਂ। ਸੁਣਤ ਸਦਾ ਵਿਵਹਾਰ। ਅਤੇ ਜੋ ਇਸ ਵਿੱਚ ਵਿਵਹਾਰ ਦੱਸੇ ਹਨ ਉਹ ਸੁਣਦੇ ਹਾਂ। ਹਮੇ ਉਰ ਸ਼ਾਂਤ ਨਾ ਆਵਈ। ਪਰ ਸਤਿਗੁਰੂ ਸਾਨੂੰ ਇਹ ਉਪਦੇਸ਼ ਦਿਓ ਕਿ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਆ ਰਹੀ, ਸਾਡਾ ਅੰਦਰ ਸ਼ਾਂਤੀ ਨਹੀਂ ਹੋ ਰਿਹਾ, ਪਤਾ ਨਹੀਂ ਸਮੇਂ ਦਾ ਐਸਾ ਪ੍ਰਭਾਵ ਵਧਿਆ ਹੋਇਆ ਹੈ, ਬਹੁਤ ਯਤਨ ਕਰਦੇ ਹਾਂ ਪਰ ਅੰਦਰ ਸ਼ਾਂਤ ਨਹੀਂ ਹੁੰਦਾ। ਮਿਟਤ ਨਹੀਂ ਹੰਕਾਰ। ਤੇ ਅੰਦਰੋਂ ਸਾਡੇ ਜਿਹੜਾ ਵਿਦਿਆ ਦਾ ਹੰਕਾਰ ਹੈ ਨਾ ਉਹ ਵੀ ਨਹੀਂ ਦੂਰ ਹੋ ਰਿਹਾ। ਇੱਥੇ ਜਿਹੜਾ ਗੋਪਾਲ ਦੱਤ ਪੰਡਤ ਸੀ ਉਹਦੇ ਤਾਈਂ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਸ਼ਲੋਕ ਉਚਾਰਨ ਕਰਕੇ। ਕਹਿਣ ਲੱਗੇ ਮਹਾਰਾਜ ਸਾਨੂੰ ਵਿਦਿਆ ਦਾ ਬਹੁਤ ਮਾਣ ਹੈ, ਹੰਕਾਰ ਹੈ ਸਾਡੇ ਅੰਦਰ। ਕਈ ਵਾਰੀ ਬੰਦੇ ਨੂੰ ਆਪਣੇ ਵਿਦਿਆ ਦਾ, ਹੁਸਨ ਦਾ, ਧਨ ਦੌਲਤ ਦਾ, ਅਹੁਦੇ ਦਾ, ਕਈ ਚੀਜ਼ਾਂ ਦਾ ਮਾਣ ਹੋ ਜਾਂਦਾ ਹੈ। ਹੁਣ ਸਾਡੇ ਕੋਲ ਵਿਦਿਆ ਹੈ ਪਰ ਕਰੀਏ ਕਿ ਸਾਡੇ ਅੰਦਰ ਹੰਕਾਰ ਦੂਰ ਨਹੀਂ ਹੁੰਦਾ। ਚਾਉ ਪਈ ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ। ਇਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਣਾ ਦੀ ਖਾਨ ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ। ਪੰਡਿਤ ਗੁਣੋ ਹਮਾਰੀ ਬਾਨੀ। ਸਤਿਗੁਰੂ ਜੀ ਕਹਿਣ ਲੱਗੇ ਆ ਪੰਡਤੋ, ਜੋ ਉਪਦੇਸ਼ ਅਸੀਂ ਤੁਹਾਨੂੰ ਦੇਣ ਲੱਗੇ ਹਾਂ ਨਾ,
ਇਸ ਉਪਦੇਸ਼ ਨੂੰ ਚੰਗੀ ਤਰ੍ਹਾਂ ਵਿਚਾਰੋ। ਅੰਤਰ ਕੋਟ ਨਿਰੰਤਰ ਧਰਹੀ। ਹੁਣ ਅੰਦਰ ਸ਼ਾਂਤੀ ਕਿਉਂ ਨਹੀਂ ਆਉਂਦੀ? ਕਿਉਂਕਿ ਅੰਦਰ ਤਾਂ ਖੋਟ ਹੈ, ਅੰਦਰ ਤਾਂ ਸਾਡੇ ਵਿਕਾਰ ਹਨ, ਅੰਦਰ ਤਾਂ ਸਾਡੇ ਲੋਭ ਹੈ, ਇਸ ਕਰਕੇ ਸਾਡਾ ਅੰਦਰ ਅਸ਼ਾਂਤ ਹੈ। ਕੈਸੇ ਪਾਹੋ ਵੇਦ ਕੋ ਚਰਹੀ। ਤੇ ਜੇ ਅੰਦਰ ਹੀ ਖੋਟਾ ਹੈ ਤੇ ਫਿਰ ਜੋ ਵੇਦਾਂ ਦੇ ਵਿੱਚ ਉਪਦੇਸ਼ ਦਿੱਤਾ ਹੈ ਉਹ ਕਿਸ ਤਰ੍ਹਾਂ ਤੁਸੀਂ ਪ੍ਰਾਪਤ ਕਰ ਸਕਦੇ ਹੋ? ਜਿਹੜਾ ਉਪਦੇਸ਼ ਵੇਦਾਂ ਸ਼ਾਸਤਰਾਂ ਤੇ ਦਿੱਤਾ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਪਰ ਇਹ ਉਪਦੇਸ਼ ਤਾਂ ਹੀ ਅੰਦਰ ਘਰ ਕਰੇਗਾ। ਸਤਿਗੁਰੂ ਕਹਿੰਦੇ ਜੇ ਪਹਿਲਾਂ ਅੰਦਰੋਂ ਖੋਟ ਕੱਢੋਗੇ। ਹੁਣ ਭਾਂਡੇ ਵਿੱਚ ਪਹਿਲਾਂ ਹੀ ਕੋਈ ਵਸਤੂ ਭਰੀ ਹੋਵੇ ਤੇ ਬਾਹਰੋਂ ਫਿਰ ਕੁਝ ਪਾਉਣ ਦਾ ਯਤਨ ਕਰੀਏ ਤੇ ਉਹ ਭਾਂਡਾ ਜਿਹੜਾ ਹੈ ਉਹਦੇ ਵਿੱਚ ਬਾਹਰੋਂ ਵਸਤੂ ਪਾਈ ਫਿਰ ਹੋਰ ਅੰਦਰ ਨਹੀਂ ਸਮਾ ਸਕਦੀ, ਕਿਉਂਕਿ ਪਹਿਲਾਂ ਬਾਹਰ ਕੱਢਾਂਗੇ ਪਹਿਲੀ ਪਾਈ ਵਸਤੂ ਤੇ ਫੇਰ ਹੀ ਅੰਦਰ ਟਿਕੇਗੀ ਨਾ। ਗੁਰਦੇਵ ਕਹਿਣ ਲੱਗੇ ਅੰਦਰ ਤਾਂ ਖੋਟ ਦੇ ਨਾਲ ਭਰੇ ਹਨ ਤੇ ਉਪਦੇਸ਼ ਤੁਹਾਡੇ ਅੰਦਰ ਕਿਸ ਤਰ੍ਹਾਂ ਘਰ ਕਰੇ। ਵਿਖਿਆ ਵਿਕਾਰ ਲਾਲਸਾ ਬਾਢੀ। ਵਿਸ਼ਿਆਂ ਵਿਕਾਰਾਂ ਦੀ ਲਾਲਸਾ ਵਧੀ ਹੋਈ ਹੈ। ਸ਼ਾਂਤ ਬੁੱਧ ਉਰ ਬਾਹਰ ਠੰਡੀ। ਚੰਗੀ ਬੁੱਧੀ ਅਤੇ ਸ਼ਾਂਤੀ ਤੁਸੀਂ ਅੰਦਰੋਂ ਬਾਹਰ ਕੱਢ ਦਿੱਤੀ ਹੈ। ਪੜੋ ਸੁਣੋ ਸਭ ਲੋਕ ਦਿਖਾਵਾ। ਜੋ ਵੀ ਪੜ੍ਹਦੇ ਹੋ ਸੁਣਦੇ ਹੋ ਇਹ ਕੇਵਲ ਲੋਕ ਦਿਖਾਵਾ ਹੈ। ਪਰ ਕੁਝ ਸਾਡੀ ਹਾਲਤ ਵੀ ਐਸੀ ਹੈ, ਪੜ੍ਹਦੇ ਸੁਣਦੇ ਤਾਂ ਹਾਂ ਪਰ ਕਈ ਲੋਕ ਦਿਖਾਵੇ ਕਰਕੇ ਕਿ ਚਲੋ ਇਹ ਲੋਕ ਰੀਤੀ ਹੈ ਜਾਂ ਕਹਿ ਲਓ ਕਿ ਕੁਝ ਆਪਣਾ ਭਲਾ ਹੋ ਜਾਵੇਗਾ। ਪਰ ਗੁਰਦੇਵ ਕਹਿੰਦੇ ਜਿੰਨਾ ਚਿਰ ਅੰਦਰੋਂ ਖੋਟ ਹੀ ਬਾਹਰ ਨਹੀਂ ਕੱਢਦੇ, ਅੰਦਰੋਂ ਪਵਿੱਤਰ ਨਹੀਂ ਹੁੰਦੇ, ਉਹਨਾਂ ਚਿਰ ਇਹ ਉਪਦੇਸ਼ ਕਿਸ ਤਰ੍ਹਾਂ ਘਰ ਕਰੇਗਾ। ਪੜ੍ਹਦੇ ਸੁਣਦੇ ਤਾਂ ਹੋ ਪਰ ਲੋਕ ਦਿਖਾਵੇ ਕਰਕੇ। ਆਸ ਕਹਿ ਪੁਨ ਇੱਕ ਸ਼ਬਦ ਇਲਾਵਾ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਾਂਸ਼ੀ ਦੀ ਧਰਤੀ ਤੇ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਸਰਲੇਖ ਹੇਠਾਂ ਮਹੱਲਾ ਪਹਿਲਾ ਪਹਿਲੇ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ। ਮਹਾਰਾਜ ਕਿਹੜੀਆਂ ਖੋਟ ਹਨ ਸਾਡੇ ਅੰਦਰ, ਕਿਹੜੇ ਵਿਕਾਰ ਨੇ ਤੇ ਗੁਰਦੇਵ ਦਰਸਾਉਂਦੇ ਹਨ। ਕਿਉਂਕਿ ਜਿੰਨਾ ਚਿਰ ਆਪਾਂ ਸ਼ੀਸ਼ਾ ਨਾ ਦੇਖੀ ਉਹਨਾਂ ਚਿਰ ਸਰੂਪ ਨਜ਼ਰ ਨਹੀਂ ਆਉਂਦਾ। ਜਿੰਨਾ ਚਿਰ ਗੁਰੂ ਕੋਲ ਆ ਕੇ ਬੈਠਦੇ ਨਹੀਂ ਨਾ ਉਹਨਾਂ ਚਿਰ ਅੰਦਰਲੀ ਖੋਟ ਵੀ ਨਜ਼ਰ ਨਹੀਂ ਆਉਂਦੀ। ਉਹਨਾਂ ਚਿਰ ਤਾਂ ਆਪਾਂ ਇਹੋ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਨਾਲੋਂ ਚੰਗਾ ਕੌਣ ਹੈ ਜੀ। ਆਪਣੇ ਗੁਣਾਂ ਦਾ, ਧਨ ਦੌਲਤ ਦਾ, ਵਿਦਿਆ ਦਾ ਮਾਣ ਹੋਣ ਕਰਕੇ ਸਭ ਤੋਂ ਮਹਾਨ ਆਪਣੇ ਆਪ ਨੂੰ ਜਣਾਉਂਦੇ ਹਾਂ। ਪਰ ਸਤਿਗੁਰੂ ਜੀ ਇੱਥੇ ਦਰਸਾਉਂਦੇ ਨੇ, ਗੁਰਦੇਵ ਕਹਿੰਦੇ ਕੁੱਤਾ ਬੈਠਾ ਹੈ ਅੰਦਰ। ਉਹ ਕਿਹੜਾ? ਲੋਭ ਰੂਪੀ ਕੁੱਤਾ। ਤੇ ਕੁੱਤੇ ਦਾ ਇਹ ਸੁਭਾਅ ਹੁੰਦਾ ਹੈ ਨਾ ਕਿ ਜੋ ਉਹਦੇ ਅੱਗੇ ਪਿਆ ਹੈ ਉਹ ਤਾਂ ਪੂਰਨ ਤੌਰ ਤੇ ਉਹਨੂੰ ਖਾਂਦਾ ਨਹੀਂ ਤੇ ਜਿਹੜੀ ਵਸਤੂ ਦੂਜੇ ਅੱਗੇ ਪਈ ਆ ਉਹ ਚੁੱਕਣ ਦਾ ਯਤਨ ਕਰਦਾ ਹੈ। ਇਹ ਲੋਭ ਰੂਪੀ ਕੁੱਤਾ ਹੈ। ਕੂੜ ਚੂਹੜਾ ਤੇ ਚੰਡਾਲ ਕੌਣ ਹੈ? ਕੂੜ ਝੂਠ ਬੋਲਣਾ। ਗੱਲ ਗੱਲ ਤੇ ਤਾਂ ਝੂਠ ਬੋਲਦੇ ਹਾਂ, ਕਹਿੰਦੇ ਆ ਕਿ ਕਾਰੋਬਾਰ ਹੀ ਨਹੀਂ ਚੱਲਦੇ ਜੀ ਜੇ ਝੂਠ ਨਾ ਬੋਲੀਏ। ਮਹਾਰਾਜ ਕਹਿੰਦੇ ਲੋਭ ਕੁੱਤਾ ਹੈ, ਕੂੜ ਚੂਹੜਾ ਝੂਠ ਬੋਲਣਾ ਇਹ ਚੰਡਾਲ ਹੈ ਤੇ ਠੱਗ ਖਾਦਾ ਮੁਰਦਾਰ। ਤੇ ਜਿਹੜੇ ਠੱਗੀਆਂ ਮਾਰ ਕੇ ਇਹ ਖਾ ਰਹੇ ਆ, ਘਰਾਂ ਨੂੰ ਲਿਆ ਰਹੇ ਹਾਂ, ਗੁਰਦੇਵ ਕਹਿੰਦੇ ਮੁਰਦਾ ਖਾਣ ਦੀ ਤਰ੍ਹਾਂ ਹੈ। ਇਹ ਤਾਂ ਖੋਟ ਦੇ ਨਾਲ ਤਾਂ ਸਾਡੇ ਅੰਦਰ ਭਰੇ ਪਏ। ਕੋਈ ਵਿਰਲਾ ਹੀ ਹੋਵੇਗਾ ਜਿਹਦੀ ਕਿਰਤ ਸੱਚੀ ਸੁੱਚੀ ਹੈ। ਬਹੁਤੇ ਤਾਂ ਠੱਗੀਆਂ ਮਾਰ ਕੇ ਘਰ ਭਰਨ ਦਾ ਯਤਨ ਕਰਦੇ ਹਾਂ। ਜੇ ਕਹੀਏ ਕਿ ਦਸਾਂ ਨੋਹਾਂ ਦੀ ਕਿਰਤ ਨਾਲ ਇਹ ਤਾਂ ਗੁਜ਼ਾਰਾ ਚੱਲਦਾ ਹੈ ਤੇ ਜੇ ਘਰ ਭਰਨੇ ਨੇ ਫਿਰ ਤਾਂ ਕਹਿੰਦੇ ਜੀ ਠੱਗੀਆਂ ਮਾਰਨੀਆਂ ਪੈਣੀਆਂ। ਪਰ ਗੁਰਦੇਵ ਕਹਿੰਦੇ ਜਿਹੜੇ ਠੱਗ ਕੇ ਲਿਆਂਦੇ ਨੇ, ਠੱਗ ਖਾਦਾ ਮੁਰਦਾਰ, ਠੱਗੀ ਮਾਰ ਕੇ ਖਾਣ ਵਾਲੇ ਤਾਂ ਮੁਰਦੇ ਖਾ ਰਹੇ ਹਨ। ਪਰ ਨਿੰਦਾ ਪਰ ਮਲ ਮੁਖ ਸੁਧੀ। ਪਰ ਨਿੰਦਾ ਪਰਾਈ ਨਿੰਦਿਆ ਜਿਹੜੀ ਕਰਨੀ ਹੈ ਨਾ, ਇਹ ਆਪਾਂ ਆਪਣੇ ਮੁਖ ਦੇ ਨਾਲ ਪਰਾਏ ਦੀ ਮੈਲ ਖਾ ਰਹੇ ਹਾਂ ਲਗਾਤਾਰ। ਤੇ ਫਿਰ ਕਹੀਏ ਕਿ ਸਾਡੇ ਮੂੰਹ ਬੜੇ ਪਵਿੱਤਰ ਨੇ, ਚੰਗੀਆਂ ਤੋਂ ਚੰਗੀਆਂ ਦਾਤਣਾ, ਚੰਗੀਆਂ ਪੇਸਟਾਂ, ਬਰਸ਼ ਵਰਤਦੇ ਹਾਂ, ਹੁਣ ਵੀ ਸਾਡੇ ਮੂੰਹ ਅਪਵਿੱਤਰ ਨੇ। ਗੁਰਦੇਵ ਕਹਿੰਦੇ ਬਿਲਕੁਲ ਹੈ। ਜਿਹੜੀ ਤੂੰ ਪਰਾਈ ਨਿੰਦਿਆ ਕਰਨੀ ਛੱਡਦਾ ਨਹੀਂ ਨਾ, ਔਗਣ ਪਰਾਏ ਦੇ ਦੇਖ ਕੇ ਉਹਨਾਂ ਨੂੰ ਅੱਗੇ ਲਿਆਉਣ ਦਾ ਯਤਨ ਕਰਦਾ ਹੈ। ਪੜ੍ਹਦੇ ਤਾਂ ਰੋਜ਼ ਹਾਂ, ਦੇਖ ਕੇ ਅਣਡਿੱਠ ਕੀਤਾ, ਪਰ ਕਿੱਥੇ ਰੁਕਿਆ ਜਾਂਦਾ ਹੈ। ਦੂਜੇ ਦੀ ਗੱਲ ਤੇ ਕਦੇ ਪੜਦਾ ਪੈਂਦਾ ਹੀ ਨਹੀਂ। ਗੁਰਦੇਵ ਕਹਿੰਦੇ ਪਰ ਨਿੰਦਾ ਪਰ ਮਲ ਮੁਖ ਸੁਧੀ। ਪਰਾਈ ਨਿੰਦਿਆ ਕਰਨੀ ਇਹ ਲਗਾਤਾਰ ਪਰਾਈ ਦੀ ਮੈਲ ਖਾਣੀ। ਤਾਂ ਹੀ ਭਗਤ ਜੀ ਨੇ ਕਿਹਾ ਨਾ, ਜਿੰਨਾ ਚਿਰ ਨਿੰਦਿਆ ਕਰਦਾ ਸੀ ਉਹਨਾਂ ਚਿਰ ਭੋਜਨ ਭੇਜਦੇ ਰਹੇ। ਜਦੋਂ ਨਿੰਦਿਆ ਕਰਨੀ ਬੰਦ ਕਰਤੀ ਤੇ ਭਗਤ ਜੀ ਨੇ ਭੋਜਨ ਭੇਜਣਾ ਬੰਦ ਕੀਤਾ। ਤੇ ਜਦੋਂ ਪਤਾ ਲੱਗਾ ਉਸ ਪੰਡਤ ਨੂੰ ਕਹਿਣ ਲੱਗਾ, ਪੁੱਤਰ ਹੁਣ ਤੇਰੇ ਪਿਤਾ ਨੇ ਭੋਜਨ ਕਿਉਂ ਬੰਦ ਕਰ ਦਿੱਤਾ? ਕਹਿੰਦੇ ਪਿਤਾ ਤੋਂ ਪੁੱਛੋ। ਭਗਤ ਜੀ ਤੋਂ ਪੁੱਛਿਆ ਤੇ ਭਗਤ ਜੀ ਕਹਿਣ ਲੱਗੇ ਪਹਿਲਾਂ ਤੂੰ ਸਾਡਾ ਕੰਮ ਕਰਦਾ ਸੀ ਤੇ ਤੈਨੂੰ ਅਸੀਂ ਉਹਦਾ ਜਿਹੜਾ ਸੀ ਉਹ ਬਣਦਾ
ਦਈ ਜਾਂਦੇ ਸਾਂ, ਹੁਣ ਤੂੰ ਸਾਡਾ ਕੰਮ ਕਰਨਾ ਬੰਦ ਕਰਤਾ। ਕਹਿਣ ਲੱਗਾ ਉਹ ਕਿਹੜਾ? ਕਹਿੰਦੇ ਸਾਡੀ ਤੂੰ ਨਿੰਦਿਆ ਕਰਕੇ ਭਾਰ ਜਿਹੜੇ ਉਤਾਰਦਾ ਸੀ। ਇਸ ਕਰਕੇ ਗੁਰਦੇਵ ਕਹਿੰਦੇ ਨੇ ਪਰਾਈ ਨਿੰਦਿਆ ਤਾਂ ਪਰਾਈ ਮੈਲ ਖਾਣੀ ਹੈ। ਭਗਤ ਜੀ ਦੇ ਬਚਨ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਪਰਾਈ ਨਿੰਦਿਆ ਕਰਨੀ, ਪਰਾਈ ਮੈਲ ਖਾਣੀ ਹੈ। ਅਗਨ ਕ੍ਰੋਧ ਚੰਡਾਲ, ਤੇ ਕ੍ਰੋਧ ਦੀ ਅੱਗ ਜਿਹੜੀ ਇਹ ਚੰਡਾਲ ਹੈ ਅੰਦਰ। ਰਸ ਕਸੇ ਆਪ ਸਲਾਹਣਾ, ਤੇ ਚੰਗੇ ਚੰਗੇ ਰਸਾਂ ਨੂੰ ਖਾਣਾ, ਇਹ ਖੱਟੇ ਰਸ, ਇਹ ਮਿੱਠੇ ਰਸ, ਫਿਰ ਕਸ ਕੱਢ ਕੇ ਭਾਵ ਆ ਜਿਹੜੇ ਸ਼ਰਾਬ ਇਤਿਆਦਿਕ ਬਣਾਉਂਦੇ ਨੇ, ਇਹ ਰਸਾਂ ਨੂੰ ਪੀਣਾ ਤੇ ਫਿਰ ਆਪਣੇ ਆਪ ਨੂੰ ਸਲਾਉਣਾ ਜੀ ਮੈਂ ਬੜਾ ਚੰਗਾ, ਮੇਰੇ ਵਰਗਾ ਕੋਈ ਧਰਮੀ ਪੁਰਸ਼, ਚੰਗਾ ਪੁਰਸ਼, ਵਿਦਵਾਨ ਪੁਰਸ਼ ਕੋਈ ਨਹੀਂ ਹੈ। ਇਹ ਕਰਮ ਮੇਰੇ ਕਰਤਾਰ, ਹੈ ਕਰਤਾਰ, ਐਸੇ ਮੇਰੇ ਕਰਮ ਨੇ ਕਿ ਕਰਮ ਤਾਂ ਮਾੜੇ ਨੇ ਪਰ ਆਪਣੇ ਆਪ ਨੂੰ ਸਦਾ ਸਲਾਉਣ ਦਾ ਹੀ ਯਤਨ ਕਰਦਾ ਤੇ ਦੂਜੇ ਦੀ ਨਿੰਦਿਆ ਕਰੀਦੀ ਹੈ। ਪਰ ਮਹਾਂਪੁਰਖਾਂ ਦਾ ਬਚਨ ਬਹੁਤ ਸੁੰਦਰ ਹੈ। ਉਹ ਕਹਿੰਦੇ ਸੀ ਕਿ ਜੇ ਨਿੰਦਿਆ ਕਰਨੀ ਹੈ ਨਾ, ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਨਿੰਦਿਆ ਕਰਨੀ ਹੈ ਤੇ ਆਪ ਦੀ ਕਰੀਏ, ਜੇ ਉਸਤਤ ਕਰਨੀ ਹੈ ਤੇ ਗੁਰੂ ਦੀ ਕਰੀਏ। ਪਰ ਨਾ ਤੇ ਗੁਰੂ ਦੀ ਉਸਤਤ ਕਰਨ ਦਾ ਸਮਾਂ ਕੱਢਦੇ ਆ ਤੇ ਆਪ ਦੀ ਨਿੰਦਿਆ ਸੁਣ ਕੇ ਤਾਂ ਅੱਗ ਬਬੂਲੇ ਹੋ ਉੱਠੀਦਾ ਏ। ਸਤਿਗੁਰੂ ਜੀ ਕਹਿੰਦੇ ਨੇ ਆਪ ਸਲਾਣ, ਆਪਣੇ ਆਪ ਨੂੰ ਸਲਾਉਨੇ ਹਾਂ, ਐਸੇ ਸਾਡੇ ਕਰਮ ਹਨ। ਬਾਬਾ ਬੋਲੀਐ ਪਤ ਹੋਏ, ਐ ਬਾਬਾ ਉਹ ਬੋਲੀਏ ਪਤ ਹੋਏ, ਜਿਸ ਬੋਲਣ ਦੇ ਨਾਲ ਦਰਗਾਹ ਦੇ ਵਿੱਚ ਪਤ ਰਹਿ ਜਾਵੇ। ਫਿੱਕਾ ਬੋਲ ਵਿਗੁਚਣਾ, ਮਹਾਰਾਜ ਕਹਿੰਦੇ ਹਨ ਕਿ ਐਵੇਂ ਬਿਰਥੇ ਬੋਲ 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 ਕੇ ਦੂਜੇ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਭਾਰ ਨਾ ਚੜਾਈਏ। ਐਸੇ ਬੋਲ ਨਾ ਬੋਲੀਏ ਜਿਹਦੇ ਨਾਲ ਲੋਕ ਦੇ ਵਿੱਚ ਵੀ ਅਪਜਸ ਹੋਵੇ ਤੇ ਪਰਲੋਕ ਵੀ ਜਿਹੜਾ ਜਾਂਦਾ ਰਹੇ। ਜੇ ਬੋਲਣਾ ਹੈ ਨਾ ਤੇ ਸੰਗਤ ਦੇ ਵਿੱਚ ਬੈਠ ਕਰਕੇ ਪ੍ਰਭੂ ਦਾ ਜਸ ਬੋਲੀਏ। ਕਹਿੰਦੇ ਆ ਜੀ ਸੱਚ ਕਹਿੰਦੇ ਆ, ਜੇ ਕਿਸੇ ਦੀ ਗੱਲ ਵੀ ਕਰੀਏ ਤੇ ਫਿਰ ਗੁਰਬਾਣੀ ਨਾਲੋਂ ਵੱਡਾ ਸੱਚ ਕਿਹੜਾ ਹੈ? ਸੱਚਾ ਤੇ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਨਾ। ਇਸ ਕਰਕੇ ਜੇ ਸਮਾਂ ਹੈ ਤੇ ਵੱਧ ਤੋਂ ਵੱਧ ਬਾਣੀ ਪੜ੍ਹ ਲਈਏ, ਸੰਗਤ ਕਰ ਲਈਏ। ਗੁਰਦੇਵ ਕਹਿੰਦੇ ਉਹ ਬੋਲੀਏ ਜਿਹਦੇ ਨਾਲ ਪਰਲੋਕ ਦੇ ਵਿੱਚ ਪਤ ਰਹਿ ਜਾਵੇ, ਇੱਜ਼ਤ ਰਹਿ ਜਾਵੇ। ਊਤਮ ਸੇ ਦਰ ਊਤਮ ਕਹੀਐ, ਉੱਤਮ ਪ੍ਰਭੂ ਦੇ ਦਰ ਦੇ ਵਿੱਚ ਉਹ ਉੱਤਮ ਕਹੇ ਜਾਂਦੇ ਹਨ। ਨੀਚ ਕਰਮ ਬਹਿਰੋਏ, ਤੇ ਜਿਹੜੇ ਨੀਚ ਹਨ ਉਹ ਆਪਣੇ ਮਾੜੇ ਕਰਮਾਂ ਨੂੰ ਕਰਕੇ ਬਹਿ ਬਹਿ ਕੇ ਰੋਂਦੇ ਨੇ। ਜਦੋਂ ਬੰਦੇ ਨੂੰ ਮਾੜੇ ਫਲ ਦਾ ਮਾੜਾ ਨਤੀਜਾ ਮਿਲਦਾ ਹੈ, ਉਹਦਾ ਜਦ ਫਲ ਭੁਗਤਣਾ ਪੈਂਦਾ ਹੈ ਤੇ ਫਿਰ ਕਿਸ ਤਰ੍ਹਾਂ ਆਪਣੇ ਦੋਵੇਂ ਹੱਥ ਸਿਰ ਤੇ ਰੱਖ ਕੇ ਰੋਂਦਾ ਹੈ। ਗੁਰਦੇਵ ਕਹਿੰਦੇ ਬਸ ਇਹੋ ਹੀ ਹੈ। ਊਤਮ ਜਿਹੜੇ ਉੱਤਮ ਨੇ ਨਾ, ਉਹ ਪ੍ਰਭੂ ਦੇ ਦਰ ਤੇ ਉੱਤਮ ਹੀ ਕਹੇ ਜਾਂਦੇ ਨੇ। ਤੇ ਆਪਾਂ ਇੱਥੇ ਸਰਟੀਫਿਕੇਟ ਹੱਥ 'ਚ ਫੜੇ ਨੇ, ਕਦੇ ਕਿਸੇ ਨੂੰ ਨਿੰਦਣਾ ਸ਼ੁਰੂ ਕੀਤਾ, ਕਦੇ ਕਿਸੇ ਨੂੰ ਭੰਡਣਾ। ਗੁਰਦੇਵ ਕਹਿੰਦੇ ਉਹ ਤਾਂ ਅੱਗੇ ਗਿਆ ਜਾਣੀ ਹੈ, ਉਹ ਤਾਂ ਅੱਗੇ ਜਾ ਕੇ ਪਤਾ ਲੱਗੇਗਾ ਕਿਹੜਾ ਉੱਤਮ ਹੈ ਤੇ ਕਿਹੜਾ ਨੀਚ ਹੈ। ਤੁਸੀਂ ਇੱਥੇ ਬੈਠ ਕੇ ਨਾ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਨੂੰ ਨੀਚ ਬਣਾਓ, ਕਿਸੇ ਨੂੰ ਉੱਤਮ ਬਣਾਈ ਜਾਓ। ਕੀ ਪਤਾ ਉਹਦੇ ਕਰਮ ਸਾਡੇ ਨਾਲੋਂ ਬਹੁਤ ਚੰਗੇ ਹੋਣ। ਜਿਹੜੇ ਉੱਤਮ ਨੇ ਉਹੀ ਪ੍ਰਭੂ ਦੇ ਦਰ ਤੇ ਉੱਤਮ ਕਹੇ ਜਾਣਗੇ। ਅਸੀਂ ਚਿੰਤਾ ਨਾ ਕਰੀਏ ਦੂਜਿਆਂ ਦੀ, ਚਿੰਤਾ ਕਰਨੀ ਹੈ ਤੇ ਆਪ ਦੀ ਕਰੀਏ ਕਿ ਸਾਡਾ ਕੀ ਬਣ ਰਿਹਾ ਹੈ। ਆਪਣੀ ਜੀਵ ਆਤਮਾ ਤੇ ਤਰਸ ਕਰੀਏ ਕਿ ਕਿਤੇ ਇਹਦਾ ਭਲਾ ਹੋ ਜਾਵੇ। ਸੰਗਤ ਕਰਕੇ, ਨਾਮ ਜਪ ਕੇ, ਬੰਦਗੀ ਕਰਕੇ ਜਿਹੜੇ ਉੱਤਮ ਨੇ ਉਹ ਪ੍ਰਭੂ ਦੇ ਦਰ ਤੇ ਉੱਤਮ ਹੀ ਕਹੇ ਜਾਣਗੇ। ਤੇ ਜਿਹੜੇ ਨੀਚ ਨੇ ਨਾ, ਉਹ ਮਾੜੇ ਕਰਮਾਂ ਨੂੰ ਕਰਕੇ ਬਹਿ ਕੇ ਉਹਨਾਂ ਨੂੰ ਰੋਣਾ ਹੀ ਪਵੇਗਾ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਰਸ ਸੋਇਨਾ ਰਸ ਰੂਪਾ ਕਾਮਣਾ, ਹਾਂ ਇਹ ਜਿਹੜੇ ਰਸ ਹਨ ਕਿ ਮੈਂ ਵੱਧ ਤੋਂ ਵੱਧ ਸੋਨਾ ਜੋੜ ਲਾਂ। ਤੇ ਬਹੁਤ ਲਾਲਚ ਜਿਹੜਾ ਹੁੰਦਾ ਹੈ, ਕਈ ਵਾਰੀ ਕਹਿੰਦੇ ਆ ਕਿ ਪੈਸੇ ਦੀ ਕੀਮਤ ਹੋ ਸਕਦਾ ਘਟ ਜਾਏ ਪਰ ਸੋਨੇ ਦੀ ਤਾਂ ਵਧਣੀ ਹੈ ਨਾ। ਬਸ ਇੱਧਰ ਹੀ ਧਿਆਨ ਲੱਗਾ ਹੈ ਤੇ ਜਦੋਂ ਘਟ ਜਾਂਦੀ ਹੈ ਤੇ ਕਈਆਂ ਨੂੰ ਤਾਂ ਹਾਰਟ ਅਟੈਕ ਹੀ ਹੋ ਜਾਂਦਾ ਹੈ ਕਿ ਬਣ ਕੀ ਗਿਆ। ਮਹਾਰਾਜ ਕਹਿੰਦੇ ਬਸ ਇਹ ਰਸ ਲੱਗੇ ਨੇ ਸਰੀਰ ਨੂੰ ਕਿ ਵੱਧ ਤੋਂ ਵੱਧ ਸੋਨਾ ਜੋੜ ਲਈਏ ਤੇ ਚੰਗਾ ਧਨ ਜਿਹੜਾ ਚਾਂਦੀ ਹੈ ਉਹ ਜੋੜ ਕੇ ਰੱਖ ਲਈਏ। ਕਾਮਣ ਰਸ, ਕਈ ਕਹਿੰਦੇ ਕਿ ਸੁੰਦਰ ਤੋਂ ਸੁੰਦਰ ਇਸਤਰੀ ਉਹ ਹੋਵੇ। ਰਸ ਪਰਮਲ ਕੀ ਵਾਸ, ਤੇ ਕਈਆਂ ਨੂੰ ਸੋਹਣੀਆਂ ਸੋਹਣੀਆਂ ਸੁਗੰਧੀਆਂ ਲਾਉਣ ਦਾ ਚਾਹ ਹੈ ਤੇ ਰਸ ਪਰਮਲ ਕੀ ਵਾਸ, ਪਰਮਲ ਨਾਮ ਚੰਦਨ ਦਾ, ਤੇ ਚੰਦਨ ਦੀਆਂ ਸੋਹਣੀਆਂ ਸੋਹਣੇ ਸੋਹਣੇ ਅਤਰ ਸਰੀਰ ਨੂੰ ਲਾਉਂਦੇ ਹਨ। ਰਸ ਘੋੜੇ ਰਸ ਸੇਜਾ ਮੰਦਰ, ਸੋਹਣਾ ਮੇਰੇ ਕੋਲ ਘਰ ਹੋਵੇ, ਸੋਹਣੀ ਅੰਦਰ ਸੇਜਾ ਲੱਗੀ ਹੋਵੇ ਤੇ ਫਿਰ ਸੋਹਣੇ ਮੇਰੇ ਕੋਲ ਜਿਹੜੇ ਉਹ ਸਾਧਨ ਹੋਣ। ਪਹਿਲਾਂ ਘੋੜੇ ਹੁੰਦੇ ਸਨ, ਰੱਥ ਹੁੰਦੇ ਸੀ, ਤੇ ਹੁਣ ਆਪਾਂ ਸਾਰੇ ਚਾਹੁੰਦੇ ਆ ਕਿ ਚੰਗੀ ਤੋਂ ਚੰਗੀ ਗੱਡੀ ਮੇਰੇ ਕੋਲ ਹੋਵੇ, ਚੰਗਾ ਘਰ ਹੋਵੇ, ਸੋਹਣੀਆਂ ਅੰਦਰ ਸੇਜਾਂ ਲੱਗੀਆਂ ਹੋਣ। ਕਿਸ ਤਰ੍ਹਾਂ ਘਰਾਂ ਨੂੰ ਸਵਾਰ ਕੇ ਰੱਖੀਦਾ ਹੈ। ਰਸ ਮਿੱਠਾ ਰਸ ਮਾਸ, ਤੇ ਚੰਗੇ ਚੰਗੇ ਮਿੱਠੇ ਰਸ ਜਿਹੜੇ ਉਹ ਜ਼ਬਾਨ ਨਾਲ ਲੈਨੇ।
ਕਈ ਤਾਂ ਜਿਹੜੇ ਮਾਸ ਦੇ ਰਸ ਹਨ ਉਹ ਉਹਦੇ ਚਸਕੇ ਲੈਂਦੇ ਹਨ। ਇਹ ਤੇ ਰਸ ਸਰੀਰ ਕੇ। ਗੁਰਦੇਵ ਕਹਿੰਦੇ ਇੰਨੇ ਰਸ ਜਿਹੜੇ ਸਾਡੇ ਸਰੀਰ ਦੇ ਨੇ ਕਿ ਸਰੀਰ ਤਾਂ ਲਾਇਆ ਆਪਾਂ ਰਸਾਂ ਦੇ ਵਿੱਚ। ਪ੍ਰਸ਼ਨ ਇਹਨਾਂ ਇਹੋ ਹੀ ਕੀਤਾ ਸੀ ਨਾ, ਵੇਦ ਸ਼ਾਸਤਰ ਪੜ੍ਹਦੇ ਹਾਂ ਤੇ ਤਕਰੀਬਨ ਸਾਡਾ ਵੀ ਇਹੋ ਹੀ ਪ੍ਰਸ਼ਨ ਹੁੰਦਾ ਹੈ ਕਿ ਬਾਣੀ ਵੀ ਪੜ੍ਹਦੇ ਹਾਂ, ਸੰਗਤ ਵੀ ਕਰਦੇ ਹਾਂ, ਪਰ ਅੰਦਰ ਕਿਉਂ ਨਹੀਂ ਸ਼ਾਂਤ ਹੋ ਰਿਹਾ। ਮਹਾਰਾਜ ਕਹਿੰਦੇ ਹਨ ਕਿ ਇੰਨੇ ਰਸ ਤਾਂ ਆਪਾਂ ਸਰੀਰ ਨੂੰ ਲਾਏ ਹੋਏ ਨੇ ਕਿ ਸੋਨਾ ਜੋੜ ਲਈਏ, ਚਾਂਦੀ ਜੋੜ ਲਈਏ, ਚੰਗੀ ਇਸਤਰੀ ਹੋਵੇ, ਸੋਹਣੀਆਂ ਸੁਗੰਧੀਆਂ ਸਰੀਰ ਨੂੰ ਲਾਈਏ, ਸੋਹਣੇ ਘਰ ਹੋਣ, ਸੋਹਣੀਆਂ ਸੇਜਾਂ, ਸੋਹਣੇ ਸਾਧਨ ਹੋਣ, ਇੰਨੇ ਰਸ ਸਰੀਰ ਦੇ ਹਨ। ਕੈ ਕਟ ਨਾਮ ਨਿਵਾਸ। ਹੁਣ ਨਾਮ ਜਿਹੜਾ ਉਹਦਾ ਨਿਵਾਸ ਕਿੱਥੇ ਹੋਵੇ? ਜੇ ਤਾਂ ਪਹਿਲਾਂ ਇਹ ਰਸ ਹੂੰਜ ਕੇ ਬਾਹਰ ਕੱਢੀਏ ਤੇ ਫੇਰ ਹੀ ਅੰਦਰ ਜਿਹੜਾ ਉਹ ਨਾਮ ਦਾ ਰਸ ਆਵੇਗਾ ਨਾ। ਇਹ ਰਸ ਛਾੜੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਪਰ ਜਿੰਨਾ ਚਿਰ ਇਹ ਰਸ ਚੰਗੇ ਲੱਗ ਰਹੇ ਤੇ ਫਿਰ ਇਹ ਕਹਿੰਦੇ ਆ ਕਿ ਨਾਮ ਚੋਂ ਰਸ ਨਹੀਂ ਆ ਰਿਹਾ, ਬਾਣੀ ਚੋਂ ਨਹੀਂ ਆ ਰਿਹਾ, ਹਲੇ ਤਾਂ ਜ਼ਬਾਨ ਨੂੰ ਵਿਕਾਰਾਂ ਦੇ ਰਸ ਆ ਰਹੇ, ਇਸ ਕਰਕੇ ਰਸ ਛੱਡਣ ਨੂੰ ਤਿਆਰ ਨਹੀਂ। ਗੁਰਦੇਵ ਕਹਿੰਦੇ ਇਹ ਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਤੇ ਨਾਮ ਦਾ ਜਿਹੜਾ ਵਾਸਾ ਕਿੱਥੇ ਹੋਵੇ? ਜਿਤ ਬੋਲਿਆ ਪਤ ਪਾਈਆ। ਉਹ ਵਾਕ ਬੋਲਣੇ ਚਾਹੀਦੇ ਹਨ ਜਿਹੜੇ ਬਚਨ ਬੋਲਣ ਦੇ ਨਾਲ ਪ੍ਰਭੂ ਦੀ ਦਰਗਾਹ ਦੇ ਵਿੱਚ ਇੱਜ਼ਤ ਰਹਿ ਜਾਵੇ। ਉਹ ਬੋਲਿਆ ਪ੍ਰਵਾਨ। ਉਹੀ ਬੋਲਿਆ ਪ੍ਰਵਾਨਿਕ ਹੈ। ਜੇ ਆਪਾਂ ਬਾਣੀ ਪੜ੍ਹੀਏ, ਸਿਮਰਨ ਕਰੀਏ ਤੇ ਸੱਚ ਬੋਲੀਏ। ਫਿੱਕਾ ਬੋਲ ਵਿਗੁਚਣਾ। ਜਿਹੜੇ ਝੂਠੇ ਬੋਲ ਬੋਲਣੇ ਹਨ, ਗੁਰਦੇਵ ਕਹਿੰਦੇ ਵਿਗੁਚਣਾ ਉਹਨਾਂ ਨੂੰ ਖਰਾਬ ਹੀ ਹੋਣਾ ਪਵੇਗਾ। ਇੱਥੇ ਤਾਂ ਝੂਠ ਬੋਲ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦਾ ਯਤਨ ਕਰਦੇ ਹਨ, ਪਰ ਉਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ। ਫਿੱਕਾ ਬੋਲਣ ਵਾਲੇ, ਕੌੜਾ ਬੋਲਣ ਵਾਲੇ, ਝੂਠ ਬੋਲਣ ਵਾਲੇ ਅਖੀਰ ਖਰਾਬ ਹੀ ਹੋਣਗੇ। ਸੁਨ ਮੂਰਖ ਮਨ ਅਜਾਣ। ਐ ਅਣਜਾਣ ਮੂਰਖ ਮਨਾ ਇਹ ਸਿੱਖਿਆ ਨੂੰ ਸੁਣਨਾ ਕਰ। ਜੋਤ ਸੁਭਾਵ ਹੈ ਸੇ ਭਲੇ। ਗੁਰਦੇਵ ਕਹਿੰਦੇ ਨੇ ਜੋਤ ਸੁਭਾਵ ਹੈ ਸੇ ਭਲੇ। ਭਲੇ ਪਤਾ ਕੌਣ, ਚੰਗੇ ਕੌਣ ਨੇ? ਆਪਾਂ ਤਾਂ ਕਹਿ ਦਿੰਦੇ ਆ ਕਿ ਆਹ ਮਾੜਾ, ਆਹ ਚੰਗਾ, ਪਰ ਗੁਰਦੇਵ ਕਹਿੰਦੇ ਭਲੇ ਉਹ ਨੇ ਜਿਹੜਾ ਪ੍ਰਭੂ ਨੂੰ ਭਾ ਜਾਵੇ। ਤੇ ਪ੍ਰਭੂ ਹੀ ਜਾਣਦਾ ਹੈ ਕਿ ਕੌਣ ਭਲਾ ਹੈ ਤੇ ਕੌਣ ਉੱਤਮ ਹੈ ਤੇ ਕੌਣ ਨੀਚ ਹੈ। ਇਸ ਕਰਕੇ ਉਹ ਭਲੇ ਹਨ ਜਿਹੜੇ ਪ੍ਰਭੂ ਨੂੰ ਭਾ ਗਏ। ਹੋਰ ਕੇ ਕਹਿਣ ਵਖਾਣ। ਫਿਰ ਉਹਨਾਂ ਬਾਰੇ ਕੀ ਵਖਿਆਨ ਕਰੀਏ ਤੇ ਕੀ ਕਹਿ ਕੇ ਦਸੀਏ? ਜਿਹੜੇ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨਿਕ ਹੋਏ ਹਨ ਉਹਨਾਂ ਬਾਰੇ ਕੀ ਵਖਿਆਨ ਕਰੀਏ, ਕੀ ਉਹਨਾਂ ਦੀ ਸਿਫਤ ਗਾ ਕੇ ਸੁਣਾਈਏ? ਤਿਨ ਮਤ ਤਿਨ ਪਤ ਤਿਨ ਧਨ ਪੱਲਾ। ਉਹਨਾਂ ਦੇ ਕੋਲ ਸ਼੍ਰੇਸ਼ਟ ਮਤ ਹੈ, ਉਹਨਾਂ ਦੀ ਪਤ ਆਬਰੂ ਰਹਿੰਦੀ ਹੈ। ਕਿੰਨਾ ਦੀ? ਤਿੰਨ ਧਨ ਪੱਲੇ, ਜਿਨ੍ਹਾਂ ਦੇ ਪੱਲੇ ਦੇ ਵਿੱਚ ਨਾਮ ਰੂਪੀ ਧਨ ਹੈ। ਬੁੱਧੀ ਰੂਪ ਪੱਲੇ ਵਿੱਚ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਚੱਲੇ ਨੇ ਤੇ ਖਾਨਪੁਰਾ ਨਗਰ ਆਉਂਦਾ ਹੈ। ਇੱਥੇ ਮਹਾਰਾਜ ਪਹੁੰਚਦੇ ਹਨ ਤੇ ਸਰਦੀ ਦੀ ਰੁੱਤ ਸੀ। ਸਿੱਖ ਕਹਿਣ ਲੱਗੇ ਮਹਾਰਾਜ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਵਿਧਿਆ ਜੀ, ਭਾਈ ਲੰਗਾ ਜੀ, ਹੋਰ ਗੁਰਸਿੱਖ ਸਤਿਗੁਰਾਂ ਦੇ ਨਾਲ ਨੇ। ਗੁਰਦੇਵ ਨਗਰ ਵਿੱਚ ਜਾ ਕੇ ਕੋਈ ਰਾਤ ਰਹਿਣ ਦਾ ਪ੍ਰਬੰਧ ਕਰ ਲਈਏ। ਤੇ ਮਹਾਰਾਜ ਜੀ ਨੇ ਉੱਤਰ ਦਿੱਤਾ। ਸਤਿਗੁਰੂ ਕਹਿਣ ਲੱਗੇ ਜਿੱਥੇ ਮਿਲ ਜਾਵੇ ਥਾਂ ਉੱਥੇ ਟਿਕਾਣਾ ਕਰ ਲੈਣਾ ਚਾਹੀਦਾ ਹੈ। ਕਿਉਂਕਿ ਗੁਰਦੇਵ ਦੇ ਵਾਕ ਬਾਣੀ ਅੰਦਰ ਪੜ੍ਹਦੇ ਆ ਨਾ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ। ਉਸ ਵੇਲੇ ਭਾਵੇਂ ਸਿੱਖਾਂ ਨੇ ਯਤਨ ਕੀਤੇ, ਪਰ ਗੁਰਦੇਵ ਕਹਿਣ ਲੱਗੇ ਇੱਥੇ ਸਾਡਾ ਪਿਆਰ ਵਾਲਾ ਸਿੱਖ ਹੈ ਭਾਈ ਮੀਹਾ। ਮਹਾਰਾਜ ਕਹਿੰਦੇ ਉਹਦੇ ਘਰੇ ਚੱਲਦੇ ਹਾਂ। ਭਾਈ ਮੀਹਾ ਜੀ ਇੱਕ ਪੁਰਾਣੀ ਕੰਬਲੀ ਆਪਣੇ ਸਰੀਰ ਤੇ ਲੈਂਦੇ ਸੀ। ਥੋੜ੍ਹੀ ਬਹੁਤੀ ਖੇਤੀ ਕਰਦੇ ਸਨ ਤੇ ਉਹਦੇ ਵਿੱਚੋਂ ਜਿਹੜਾ ਅਨਾਜ ਨਿਕਲਦਾ ਸੀ, ਹੱਥੀਂ ਦਾਣੇ ਪੀ ਕੇ ਆਉਂਦੇ ਜਾਂਦੇ ਰਾਹੀ ਜਿਹੜੇ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਗ ਲਾਏ। ਭਾਈ ਮੀਹੇ ਦੇ ਘਰ ਸਤਿਗੁਰੂ ਪਹੁੰਚਦੇ। ਭਾਈ ਮੀਹੇ ਦੀ ਖੁਸ਼ੀ ਜਿਹੜੀ ਸੀ ਉਹ ਆਪਣੇ ਆਪ 'ਚ ਸਮਾਏ ਨਾ। ਮਹਾਰਾਜ ਦੇ ਚਰਨਾਂ ਦੇ ਉੱਤੇ ਸਿੱਧਾ ਕੀਤੀ, ਨਮਸਕਾਰਾਂ ਕੀਤੀਆਂ। ਸਤਿਗੁਰੂ ਅੱਜ ਗਰੀਬ ਦੀ ਕੁੱਲੀ ਨੂੰ ਭਾਗ ਲਾਏ ਨੇ। ਬੜੇ ਪ੍ਰਸੰਨ ਹੋਏ। ਜਿਹੜੀ ਆਪਣੇ ਤਨ ਤੇ ਕੰਬਲੀ ਲੈਂਦੇ ਸੀ ਉਹੀ ਸੀ ਗਰੀਬ ਸਿੱਖ ਦੇ ਕੋਲ। ਕਿਹੜੀਆਂ ਸੇਜਾਂ ਸਨ, ਕਿਹੜੀਆਂ ਕੋਠੀਆਂ ਬੰਗਲੇ ਸਨ, ਉਹੀ ਮਹਾਰਾਜ ਦੇ ਹੇਠਾਂ ਵਿਛਾ ਦਿੱਤੀ। ਸਤਿਗੁਰੂ ਉਹਦੇ ਤੇ ਹੀ ਬੈਠ ਗਏ। ਜੋ ਘਰ ਵਿੱਚ ਰੁੱਖਾ ਮਿੱਸਾ ਸੀ ਹੱਥੀਂ ਤਿਆਰ ਕੀਤਾ, ਮਹਾਰਾਜ ਨੂੰ ਛਕਾਉਣ ਵਾਸਤੇ ਅੱਗੇ ਰੱਖਿਆ ਸਿੱਖਾਂ ਦੇ ਅੱਗੇ। ਤੇ ਹੁਣ ਗਰੀਬ ਸਿੱਖ ਕੋਲ ਛਕਾਉਣ ਵਾਸਤੇ ਕਿਹੜੇ 36 ਪ੍ਰਕਾਰ ਦੇ ਭੋਜਨ ਸਨ, ਉਹੀ ਸਾਗ ਕੁੱਟ ਕੇ ਲਿਆ ਕੇ ਤਿਆਰ ਕਰਕੇ ਹੱਥੀਂ ਪ੍ਰਸ਼ਾਦੇ ਲਾ ਕੇ ਅੱਗੇ ਰੱਖੇ। ਤੇ ਗੁਰਦੇਵ ਨੇ ਸਿੱਖਾਂ ਨੂੰ ਕਿਹਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਛਕੋ। 36 ਪ੍ਰਕਾਰ ਦੇ ਭੋਜਨਾਂ ਦਾ ਅੰਮ੍ਰਿਤ ਵਰਗਾ ਰਸ ਆਵੇਗਾ।
ਇਸੇ ਤਰ੍ਹਾਂ ਹੀ ਹੋਇਆ। ਸਾਰੇ ਸਿੱਖਾਂ ਨੇ ਉਹ ਭੋਜਨ ਛਕਿਆ। ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਨੇ, ਭਾਈ ਮੀਹਾਂ ਤੈਨੂੰ ਚਾਹੀਦਾ ਕੀ ਹੈ? ਜੋ ਮੰਗੇਗਾ ਤੈਨੂੰ ਮਿਲੇਗਾ। ਭਾਈ ਮੀਆਂ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਜੇ ਤਰੁੱਠੇ ਹੋ ਨਾ ਤੇ ਕਿਰਪਾ ਕਰੋ ਇਸ ਗਰੀਬ ਸਿੱਖ ਦੀ ਝੋਲੀ ਦੇ ਵਿੱਚ ਨਾਮ ਰੂਪੀ ਧਨ ਪਾ ਦਿਓ। ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ, ਭਾਈ ਮੀਹਾਂ ਰਿੱਧੀਆਂ ਸਿੱਧੀਆਂ ਕੋਲ ਰਹਿਣਗੀਆਂ, ਜਦੋਂ ਚਾਹੇ ਇਹ ਵਰਤ ਲਈ। ਤੇ ਗੁਰਦੇਵ ਨੇ 3 ਸ਼ਬਦ ਉਚਾਰਨ ਕੀਤੇ। ਇਹ ਪਾਵਨ ਬਾਣੀ ਅੰਦਰੋਂ ਪਾਵਨ ਸ਼ਬਦ ਆਪਾਂ ਪੜ੍ਹਦੇ ਹਾਂ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੇ ਜੀ। ਇੱਕ ਪਾਵਨ ਸ਼ਬਦ ਉਚਾਰਨ ਕੀਤਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਜਿਹਦਾ ਨਾਮ ਪ੍ਰਭੂ ਭਗਤੀ ਵਿੱਚ ਭਿੱਜਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਇੱਥੇ ਗੁਰਦੇਵ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਦੀ ਮੱਤ ਸ਼੍ਰੇਸ਼ਟ ਹੈ, ਉਹਨਾਂ ਦੇ ਪੱਲੇ ਉਹਨਾਂ ਦੀ ਪਤ ਆਬਰੂ ਪਰਲੋਕ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀ ਬੁੱਧੀ ਵਿੱਚ ਨਾਮ ਰੂਪੀ ਧਨ ਪਿਆ ਹੈ। ਜਿਨ ਹਿਰਦਾ ਰਹਿਆ ਸਮਾਏ, ਜਿਨ੍ਹਾਂ ਦਾ ਹਿਰਦਾ ਨਾਮ ਰੂਪੀ ਧਨ ਦੇ ਨਾਲ ਪਰਿਪੂਰਨ ਹੈ। ਤਿਨ ਕਾ ਕਿਆ ਸਾਲਾਹਣਾ, ਉਹਨਾਂ ਦਾ ਕੀ ਸਲਾਉਣਾ ਕਰੀਏ। ਅਵਰ ਸਵਾਲਿਓ ਕਾਹੇ, ਤੇ ਕੌਣ ਹੈ ਜਿਹੜਾ ਉਹਨਾਂ ਦੀ ਸਿਫਤ ਗਾ ਸਕਦਾ ਹੈ ਪੂਰਨ ਤੌਰ ਤੇ। ਨਾਨਕ ਨਦਰੇ ਬਾਹਰੇ, ਉਹ ਪ੍ਰਭੂ ਦੀ ਨਦਰ ਤੋਂ ਬਾਹਰ ਹੀ ਰਹਿੰਦੇ ਹਨ। ਰਾਚਹਿ ਦਾਨ ਨਾ ਨਾਏ, ਜਿਹੜੇ ਕਦੇ ਨਾਮ ਨਹੀਂ ਜਪਦੇ, ਕੇਵਲ ਸੋਚਦੇ ਹਨ ਥੋੜਾ ਬਹੁਤਾ ਦਾਨ ਪੁੰਨ ਕਰਕੇ ਬਚ ਜਾਵਾਂਗੇ। ਪਰ ਗੁਰਦੇਵ ਕਹਿੰਦੇ ਜਿਹੜੇ ਨਾਮ ਜਪਣਗੇ ਨਾ ਉਹੀ ਪ੍ਰਭੂ ਦੀ ਨਦਰ ਦੇ ਵਿੱਚ ਆਉਣਗੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ, ਉੱਥੇ ਪਰਲੋਕ ਵਿੱਚ ਉਹਨਾਂ ਦੀ ਬਾਤ ਪੁੱਛੀ ਜਾਵੇਗੀ ਦਰਗਾਹ ਵਿੱਚ, ਜਿਹੜੇ ਪ੍ਰਭੂ ਦੀ ਨਦਰ ਵਿੱਚ ਆਏ ਨੇ। ਤੇ ਨਦਰ ਵਿੱਚ ਉਹੀ ਆਉਣਗੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਨਿਤਨੇਮ ਕਰਦੇ ਹਨ, ਸੰਗਤ ਕਰਦੇ ਨੇ, ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਦੇ ਨੇ। ਇਹ ਉਪਦੇਸ਼ ਸਤਿਗੁਰੂ ਜੀ ਨੇ ਸ੍ਰੀ ਰਾਗ ਦੇ ਵਿੱਚ ਜਿਹੜੇ ਕਾਂਸ਼ੀ ਦੇ ਪੰਡਿਤ ਸਨ, ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਉਹਨਾਂ ਦੀ ਬੇਨਤੀ ਕਰਨ ਤੇ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਸਾਡੀ ਝੋਲੀ ਪਾਇਆ ਹੈ। ਰਹਿੰਦਾ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਇੱਕ ਵਾਰ ਫਿਰ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਜੋ ਉਪਦੇਸ਼ ਸਤਿਗੁਰੂ ਜੀ ਨੇ ਝੋਲੀ ਪਾਇਆ ਹੈ, ਦਿੱਤਾ ਸਤਿਗੁਰਾਂ ਦਾ ਉਪਦੇਸ਼ ਹਿਰਦਿਆਂ 'ਚ ਵਸ ਜਾਵੇ। ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਆਓ ਅਖੀਲੀਆਂ 2 ਪੰਕਤੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਤਿਨ ਕਾ ਕਿਆ ਸਾਲਾਹਣਾ, ਅਵਰ ਸਵਾਲਿਓ ਕਾਹੇ, ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।